ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਆ। ਗੁਰਪੁਰਬ ਦੇ ਪਵਿੱਤਰ ਦਿਹਾੜੇ ਤੇ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਇਹ ਬਿਨਾਂ ਇਹਨੂੰ ਅਰਥਾਂ ਤੋਂ, ਬਿਨਾਂ ਇਹਨੂੰ ਸਿਆਸਤ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਵੱਡਾ ਅੰਦੋਲਨ, ਇੱਕ ਬਹੁਤ ਵੱਡਾ ਅੰਦੋਲਨ ਜਿਹਦੇ ਚ ਕੋਈ 700 ਤੋਂ ਜ਼ਿਆਦਾ ਜਾਨਾਂ ਗਈਆਂ ਔਰ ਜਿਹਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਦੇਰ ਤੋਂ ਘਰ ਛੱਡ ਕੇ ਬਾਰਡਰਸ ਤੇ ਬੈਠੇ ਸੀਗੇ। ਲਗਾਤਾਰ ਟਕਰਾਅ ਦੀ ਸਥਿਤੀ 'ਚ ਅੱਜ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਪੱਸਿਆ 'ਚ ਕੋਈ ਕਮੀ ਦੱਸਦਿਆਂ ਕਿ ਅਸੀਂ ਇਹ ਖੇਤੀ ਬਿੱਲ ਜਿਹੜੇ ਇਹਨਾਂ ਸੰਬੰਧੀ ਸਮਝਾ ਨਹੀਂ ਸਕੇ, ਇਹਨਾਂ ਦੀ ਭਾਵਨਾਵਾਂ ਸਮਝਾ ਨਹੀਂ ਸਕੇ ਕਿਸਾਨਾਂ ਨੂੰ, ਇਹ ਕਹਿੰਦੇ ਆ ਗੁਰਪੁਰਬ ਮੌਕੇ ਉਹ ਇਹਨੂੰ ਵਾਪਸ ਲੈਂਦੇ ਆ। ਔਰ ਉਹ ਕਹਿੰਦੇ ਨੇ ਕਿ ਇਹਦੇ ਉੱਤੇ ਹੁਣ ਕਿਸੇ ਨੂੰ ਦੋਸ਼ ਦੇਣ ਦਾ ਸਮਾਂ ਨਹੀਂ। ਬਹੁਤ ਵੱਡੀ ਗੱਲ ਹੋਈ ਆ। ਅੰਦੋਲਨ ਨੇ ਸਿਖਰ ਸਿਰਜ ਕੇ ਇੱਕ ਵਾਰੀ ਬਹੁਤ ਹੀ ਵੱਡਾ ਇੱਕ ਫੈਸਲਾ ਭਾਰਤ ਸਰਕਾਰ ਤੋਂ ਕਰਾਇਆ, ਜਿਹੜਾ ਲਗਭਗ ਇਹ ਦੂਜੀ ਟਰਮ ਤੱਕ ਆਉਂਦਿਆਂ ਕੋਈ ਵੀ ਫੈਸਲਾ ਮੋਦੀ ਸਰਕਾਰ ਦਾ ਹੁਣ ਤੱਕ ਵਾਪਸ ਨਹੀਂ ਸੀ ਹੋਇਆ। ਇਹਨੂੰ ਕਿਸ ਸੰਦਰਭ 'ਚ ਦੇਖੀਏ ਇਹ ਵੱਖਰਾ ਪਹਿਲੂ ਆ, ਪਰ ਬੀਜੇਪੀ ਦੀ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਆ ਪੰਜਾਬ ਵਿੱਚ ਔਰ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੀ ਟਾਈਮਿੰਗ ਨੂੰ ਲੈ ਕੇ ਬਾਕੀ ਸਾਰੇ ਮਾਮਲਿਆਂ ਤੇ ਚਰਚਾ ਤਾਂ ਦਰਕਾਰ ਹੈ ਹੀ ਆ। ਮੇਰੇ ਨਾਲ ਮੇਰੇ ਸਹਿਯੋਗੀ, ਮੇਰੇ ਸਾਥੀ ਰਜੀਵ ਭਾਸਕਰ ਜੀ ਨੇ ਔਰ ਇਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਜਮਸ਼ੀਦ ਅਲੀ ਖਾਨ ਪ੍ਰੋਫੈਸਰ ਸਾਹਿਬ ਨੇ ਔਰ ਇਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪ੍ਰੋਫੈਸਰ ਬਲਕਾਰ ਸਿੰਘ ਬੈਠੇ ਆ। ਮੈਂ ਆਪ ਸਭ ਜੀ ਨੂੰ ਜੀ ਆਇਆਂ ਕਹਿਣਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਦੇਰ ਤੋਂ ਇਹਨਾਂ ਮੰਚਾਂ ਤੋਂ ਬਹਿਸਾਂ ਦੇ ਵਿੱਚ ਸੀਗੇ ਔਰ ਲਗਭਗ ਇੱਕ ਤਰਜ਼ੇ ਜ਼ਿੰਦਗੀ ਤੇ ਅਸਰ ਪਾਉਣ ਵਾਲਾ ਅੰਦੋਲਨ, ਪੰਜਾਬ ਦੇ ਪੂਰੇ ਕਲਚਰ ਨੂੰ, ਇੱਥੋਂ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ, ਸਰਕਾਰਾਂ ਦੀ ਕਾਰਜਸ਼ੈਲੀ ਨੂੰ ਪ੍ਰਭਾਵਿਤ ਕਰਨ ਵਾਲਾ ਅੰਦੋਲਨ ਅੱਜ ਸ਼ਾਇਦ ਮੁੱਕਣ ਦਾ ਐਲਾਨ ਹੋ ਜੇ। ਅੱਜ ਕਿਸਾਨ ਜਥੇਬੰਦੀਆਂ ਜਿੱਤ ਦਾ ਕਿਸ ਤਰੀਕੇ ਨਾਲ ਜਸ਼ਨ ਕਰਨਗੀਆਂ, ਗੁਰਪੁਰਬ ਮਨਾਉਣਗੀਆਂ, ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਗੀਆਂ, ਇਹ ਪਹਿਲੂ ਦੇਖਣਾ ਬਣਦਾ ਹੈ। ਲੇਕਿਨ ਸਭ ਤੋਂ ਪਹਿਲਾਂ ਮੈਂ ਭਾਸਕਰ ਸਾਹਿਬ ਤੁਹਾਡੇ ਵੱਲ ਆਉਂਗਾ। ਮੈਨੂੰ ਇਹ ਦੱਸਿਓ ਕਿ ਇਬਾਰਤ ਕੀ ਸੀ? ਪ੍ਰਧਾਨ ਮੰਤਰੀ ਨੇ ਜਿਹੜੇ ਸ਼ਬਦ ਚੁਣੇ ਨੇ ਉਹ ਕੀ ਸੀਗੇ? ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਪੇਸ਼ ਕੀਤਾ? ਇਸ ਸਰਕਾਰ ਦੀ ਅੱਜ ਤੱਕ ਦੀ ਇਹ ਖਾਸੀਅਤ ਮੰਨੀ ਜਾਂਦੀ ਸੀ ਕਿ ਇਹ ਜੋ ਫੈਸਲਾ ਕਰਦੇ ਉਹਦੇ ਤੋਂ ਪੈਰ ਪਿਛਾਂਹ ਨਹੀਂ ਪੁੱਟਦੇ, ਪਰ ਜੇ ਪੈਰ ਪਿਛਾਂਹ ਪੁੱਟਿਆ ਤਾਂ ਪ੍ਰਧਾਨ ਮੰਤਰੀ ਦੀ ਬਾਡੀ ਲੈਂਗੁਏਜ, ਚਿਹਰੇ ਦੇ ਹਾਵ ਭਾਵ ਤੇ ਉਹਨਾਂ ਦੀ ਭਾਸ਼ਾ ਨੂੰ ਜੇ ਸਮਝਣਾ ਹੋਵੇ ਤਾਂ ਜਰਾ ਸਮਝਾਇਓ। ਪ੍ਰਧਾਨ ਮੰਤਰੀ ਜਦ ਇਹ ਗੱਲ ਕਹਿ ਰਹੇ ਸੀਗੇ ਕਿ ਮੈਂ ਸ਼ਾਇਦ ਲੋਕਾਂ ਦੀ ਭਾਵਨਾਵਾਂ ਨੂੰ ਨਹੀਂ ਸਮਝ ਪਾਇਆ ਔਰ ਇਹਨਾਂ ਕਾਨੂੰਨਾਂ ਨੂੰ ਵੀ ਲੋਕਾਂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਾ ਪਾਇਆ, ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਤਿੰਨੋਂ ਕਾਨੂੰਨ ਅਸੀਂ ਵਾਪਸ ਲਵਾਂਗੇ ਔਰ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਏਗੀ। ਹਾਲਾਂਕਿ 29 ਤਰੀਕ ਤੋਂ ਸੈਸ਼ਨ ਸ਼ੁਰੂ ਹੈ। 29 ਤਰੀਕ ਨੂੰ ਪਹਿਲੇ ਦਿਨ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਕੋਈ ਐਕਸ਼ਨ ਲਿੱਤਾ ਜਾ ਸਕਦਾ ਹੈ, ਕਿਉਂਕਿ 29 ਤਰੀਕ ਤੋਂ ਪਹਿਲੇ ਇਸ ਮੁੱਦੇ ਤੇ ਕੋਈ ਸਪੈਸ਼ਲ ਸੈਸ਼ਨ ਬੁਲਾਇਆ ਜਾਏਗਾ। ਇਹਦੀ ਕਵਾਇਦ ਕੋਈ ਹਜੇ ਤੱਕ ਨਹੀਂ ਸ਼ੁਰੂ ਹੋਈ, ਪਰ ਜਿਹੜੇ ਕਿਸਾਨ ਹੈਗੇ ਨੇ ਉਹ ਹਜੇ ਤੱਕ ਇਹ ਗੱਲ ਕਹਿ ਰਹੇ ਨੇ ਕਿ ਹੋਰ ਵੀ ਬਹੁਤ ਸਾਰੇ ਮੁੱਦੇ ਆ। ਅੱਜ ਇੱਕ ਐਮਰਜੈਂਸੀ ਮੀਟਿੰਗ ਉਹਨਾਂ ਦੀ ਬੁਲਾਈ ਜਾ ਰਹੀ ਹੈ ਬਾਰਡਰਾਂ ਤੇ, ਔਰ ਉਸ ਬਾਰਡਰ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿੱਤਾ ਜਾਏਗਾ ਕਿ ਵਾਪਸ ਜਾਈਏ ਜਾਂ ਹਜੇ ਮੋਰਚਾ ਜਾਰੀ ਰੱਖੀਏ। ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ, ਆਪਣੀ ਗੱਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਗੁਰਪੁਰਬ ਦੇ ਮੌਕੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਘਰ ਜਾਓ ਤੇ ਗੁਰਪੁਰਬ ਮਨਾਓ ਔਰ ਇਹਨਾਂ ਮੁੱਦਿਆਂ ਨੂੰ, ਇਹਨਾਂ ਕਾਨੂੰਨਾਂ ਨੂੰ ਅਸੀਂ ਵਾਪਸ ਲੈਣ ਦਾ ਫੈਸਲਾ ਕਰ ਲਿਆ ਹੈ। ਜਦ ਪ੍ਰਧਾਨ ਮੰਤਰੀ ਏਦਾਂ ਦਾ ਕੋਈ ਸੰਦੇਸ਼ ਦਿੰਦੇ ਨੇ, ਖੈਰ ਉਹਦੇ ਉੱਤੇ ਵਿਸ਼ਵਾਸ ਕਰਨਾ ਤੇ ਜ਼ਰੂਰੀ ਹੈ, ਪਰ ਕਿਸਾਨਾਂ ਦਾ ਇਹ ਕਹਿਣਾ ਕਿ ਮੁੱਦੇ ਤੇ ਸਾਡੇ ਹਜੇ ਹੋਰ ਵੀ ਹੈਗੇ ਹੈ। ਜਦ ਤੱਕ ਸਾਡੇ ਨਾਲ ਮੀਟਿੰਗ ਨਹੀਂ ਹੋਏਗੀ, ਉਸ ਮੀਟਿੰਗ ਦੇ ਵਿੱਚ ਸਾਰੇ ਮੁੱਦੇ ਡਿਸਕਸ ਨਹੀਂ ਹੋਣਗੇ ਔਰ ਅੱਗੇ ਚੱਲ ਕੇ ਕੀ ਪ੍ਰੋਸੀਜਰ ਅਪਣਾਇਆ ਜਾਏਗਾ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੁੰਦਾ, ਤਦ ਤੱਕ ਅਸੀਂ ਵਾਪਸ ਨਹੀਂ ਜਾਵਾਂਗੇ। ਚਲੋ ਹੁਣ ਗੱਲ ਅੱਗੇ ਤੇ ਤੁਰੀ ਹੈ, ਲੇਕਿਨ ਦੂਜੇ ਪਾਸੇ ਪੰਜਾਬ ਤੇ ਉੱਤਰ ਪ੍ਰਦੇਸ਼ ਜਿਹਦੇ ਵਿੱਚ ਭਾਜਪਾ ਦੀ ਰਾਜਨੀਤੀ ਖਤਰੇ 'ਚ ਸੀਗੀ, ਉਹਨੂੰ ਵੀ ਕਿਸੇ ਨਾ ਕਿਸੇ ਜਗ੍ਹਾ ਕਲੀਅਰ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਜਿਹੜੇ ਆਗੂ ਬਾਹਰ ਨਹੀਂ ਨਿਕਲ ਪਾ ਰਹੇ ਸੀਗੇ, ਜਿੱਥੇ ਜਿੱਥੇ ਭਾਜਪਾ ਦੇ ਆਗੂ ਜਾਂਦੇ ਸੀਗੇ ਉੱਥੇ ਉੱਥੇ ਉਹਨਾਂ ਦਾ ਘਿਰਾਵ ਹੁੰਦਾ ਸੀਗਾ। ਇਸ ਗੱਲ ਤੋਂ ਬੀਜੇਪੀ ਡਰੀ ਹੋਈ ਸੀ। ਉਸ ਡਰੇ ਹੋਏ ਮਾਹੌਲ ਦੇ ਵਿੱਚ ਇਹ ਫੈਸਲਾ ਜ਼ਰੂਰ ਲਿੱਤਾ ਗਿਆ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਤੇ ਜਦ ਵੀ ਕਦੀ ਗੱਲ ਹੁੰਦੀ ਹੈ ਤੇ ਇੱਕੋ ਹੀ ਗੱਲ ਹੁੰਦੀ ਹੈ, ਇਹ ਕੋਈ ਫੈਸਲਾ ਲੈ ਕੇ ਵਾਪਸ ਨਹੀਂ ਪਰਤਦੇ ਛੇਤੀ ਕੀਤੀ। ਮੇਰੇ ਖਿਆਲ ਨਾਲ ਪਹਿਲਾ ਇੱਦਾਂ ਦਾ ਫੈਸਲਾ ਹੋਏਗਾ ਜਿਸ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਕੁਲ ਹੀ
ਆਪਣੇ ਕਾਨੂੰਨ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਔਰ ਉਹ ਫੈਸਲਾ ਮੋਦੀ ਉਹਨਾਂ ਦੀ ਸ਼ਖਸੀਅਤ ਨਾਲ ਮੈਚ ਨਹੀਂ ਕਰਦਾ। ਪਰ ਫਿਰ ਵੀ ਪ੍ਰਧਾਨ ਮੰਤਰੀ ਦਾ ਪਬਲਿਕਲੀ ਅਗਰ ਕੋਈ ਏਦਾਂ ਦਾ ਬਿਆਨ ਆਉਂਦਾ ਹੈ ਤੇ ਲੋਕਾਂ ਨੂੰ ਸਾਨੂੰ ਉਹਦੇ ਉੱਤੇ ਵਿਸ਼ਵਾਸ ਤੇ ਕਰਨਾ ਹੀ ਚਾਹੀਦਾ ਹੈ। ਮੈਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਵੱਲ ਜਾਣ ਤੋਂ ਪਹਿਲਾਂ ਪ੍ਰੋਫੈਸਰ ਬਲਕਾਰ ਸਿੰਘ ਤੋਂ ਸਮਝਣਾ ਚਾਹੂੰਗਾ। ਪ੍ਰੋਫੈਸਰ ਸਾਹਿਬ, ਮੈਨੂੰ ਇਹ ਸਮਝਾਓ ਕਿ ਪ੍ਰਧਾਨ ਮੰਤਰੀ ਦੀ ਗੁਰਪੁਰਬ ਮੌਕੇ ਇਹ ਅਨਾਉਂਸਮੈਂਟ ਤੇ ਜੋ ਉਹਨਾਂ ਨੇ ਸ਼ਬਦ ਚੁਣੇ ਨੇ, ਇਹਨੂੰ ਲੈ ਕੇ ਤੁਸੀਂ ਇਹਦੀ ਵਿਆਖਿਆ ਕਿਵੇਂ ਕਰੋਗੇ? ਮੈਂ ਪਹਿਲੀ ਗੱਲ ਤਾਂ ਰੰਧਾਵਾ ਸਾਹਿਬ ਇਹ ਆ ਵੀ ਪ੍ਰਧਾਨ ਮੰਤਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਮੌਕੇ ਤੇ ਫੈਸਲਾ ਲਿਆ। ਮੇਰੇ ਸਿੱਖ ਵਾਸਤੇ ਤੇ ਵੈਸੇ ਹੀ ਮੈਨੂੰ ਆਪਣੇ ਤੌਰ ਤੇ ਲੱਗਦਾ ਵੀ ਗੁਰਪੁਰਬ ਤੇ ਫੈਸਲਾ ਲਿਆ, ਇਸ ਕਰਕੇ ਮੈਨੂੰ ਬੜਾ ਚੰਗਾ ਲੱਗਦਾ ਇਹ। ਰਹੀ ਗੱਲ ਇਹ ਕਿ ਜਿੱਥੋਂ ਤੱਕ ਪ੍ਰਧਾਨ ਮੰਤਰੀ ਦਾ ਸੁਭਾਅ ਹੈ ਜੀ, ਉਹ ਮੇਰੇ ਇਹ ਪੋਲੀਟੀਕਲ ਡਿਸੀਜਨ ਹੈ। ਪੋਲੀਟੀਕਲ ਡਿਸੀਜਨ ਉਹ ਇਸ ਤਰ੍ਹਾਂ ਲੈਂਦੇ ਨੇ ਤਾਂ ਕਿ ਰਹੇ ਕਿ ਮੋਦੀ ਨੇ ਹੀ ਲਿਆ ਹੈ ਤੇ ਉਹਨੇ ਵਾਪਸ ਵੀ ਇਸ ਤਰ੍ਹਾਂ ਲਿਆ ਹੈ ਤੇ ਮੋਦੀ ਨੇ ਹੀ ਲਿਆ ਹੈ। ਯਾਨੀ ਇਹ ਗੱਲ ਜਿਹੜੀ ਹੈ ਇਹ ਉਹਨਾਂ ਦੀ ਪੋਲਿਟਿਕਸ ਬੜੀ ਮਸ਼ਹੂਰ ਹੈ। ਹਾਲਾਂਕਿ ਮੇਰਾ ਵਿਸ਼ਵਾਸ ਇਹ ਹੈ ਕਿ ਪ੍ਰਧਾਨ ਮੰਤਰੀ ਆਪ ਮਤਲਬ ਇੰਡੀਪੈਂਡੈਂਟਲੀ ਸੋਚ ਕੇ ਕੋਈ ਕੰਮ ਨਹੀਂ ਕਰਦੇ। ਜਿਹੜਾ ਉਹਨਾਂ ਦਾ ਇੰਟੈਲੈਕਚੁਅਲ ਗਰੁੱਪ ਹੈ, ਖਾਸ ਤੌਰ ਤੇ RSS ਦਾ ਜਿਹੜਾ ਹੈਗਾ ਬ੍ਰੇਨ ਹੈਗੇ ਨੇ ਸਟਾਰਮ ਕਰਨ ਵਾਲੇ ਬੰਦੇ, ਉਹ ਫੈਸਲਾ ਲੈਂਦੇ ਨੇ ਤੇ ਇਹਦੇ ਕੋਲ ਆਉਂਦੇ ਨੇ। ਫਿਰ ਤਾਂ ਮੈਨੂੰ ਇਹ ਵੀ ਲੱਗਿਆ ਸੀ ਕਿ ਜਿਹੜਾ ਕਾਰਪੋਰੇਟ ਫੈਸਲਾ ਲੈਂਦਾ ਹੈ ਉਹਨੂੰ ਕੈਰੀ ਆਊਟ ਕਰਦੇ ਨੇ ਇਹ, ਤੇ ਜਿਹੜਾ RSS ਫੈਸਲਾ ਲੈਂਦਾ ਉਹ ਕਰ। ਇਸ ਕਰਕੇ ਮੈਂ ਪੋਲੀਟੀਕਲ ਐਂਗਲ ਤੇ ਇਸ ਤਰ੍ਹਾਂ ਸਮਝਦਾ, ਪਰ ਮੈਨੂੰ ਇਹ ਸਮਝਦਾ ਕਿ ਮੈਂ ਐਕੈਡਮਿਸ਼ੀਅਨ ਹਾਂ। ਜਾਂ ਭਾਸਕਰ ਸਾਹਿਬ ਪੋਲੀਟੀਸ਼ੀਅਨ ਤੇ ਪੋਲੀਟਿਕਸ ਤੇ ਕਮੈਂਟ ਕਰ ਸਕਦੇ ਨੇ, ਮੈਂ ਉਨੀ ਅਥਾਰਟੀ ਨਾਲ ਨਹੀਂ ਕਰ ਸਕਦਾ। ਮੈਨੂੰ ਤਾਂ ਸਿਰਫ ਇੰਨੀ ਗੱਲ ਲੱਗਦੀ ਹੈ ਇਹ ਕਿ ਇਹ ਜਿਹੜੀ ਹੁਣ ਇਸ ਵੇਲੇ ਉਹਨਾਂ ਨੂੰ ਵੋਟ ਦੀ ਚੋਟ ਸਮਝ ਆਈ ਹੈ, 22 ਵਾਲੀ ਇਲੈਕਸ਼ਨ ਸਮਝ ਆਈ ਹੈ। 22 ਵਾਲੀ ਇਲੈਕਸ਼ਨ ਵਿੱਚ ਐਂਟਰ ਕਰਨ ਵਾਸਤੇ ਉਹਨਾਂ ਨੇ ਇਹ ਮਤਲਬ ਖਿੜਕੀ ਖੋਲੀ ਹੈ। ਮੈਂ ਦਰਵਾਜ਼ਾ ਨਹੀਂ ਖੋਲਿਆ ਕਹਿੰਦਾ ਇਹਨੂੰ, ਕਿਉਂਕਿ ਮੈਨੂੰ ਨਹੀਂ ਪਤਾ ਵੀ ਇਹਦਾ ਕੀ ਹੋਏਗਾ। ਅਜੇ ਖਿੜਕੀ ਖੁੱਲੀ ਹੈ, ਖਿੜਕੀ ਵਿੱਚ ਦੀ ਐਂਟਰੀ ਕਰਨ ਵਾਸਤੇ ਸੋਚ ਰਹੇ ਨੇ। ਮੇਰੇ ਵਾਸਤੇ ਮੁੱਦਾ ਜਿਹੜਾ ਹੈ, ਮੈਂ ਮਤਲਬ ਤੁਹਾਡੇ ਜਿਹੜੇ ਪੈਨਲਿਸਟ ਨੇ ਮੇਰੇ ਨਾਲ ਵੱਡੇ, ਕਿਉਂਕਿ ਵੱਡੇ ਬੰਦੇ ਨੇ ਇਹ ਪੋਲੀਟੀਕਲ ਸਾਇੰਟਿਸਟ ਨੇ, ਉਹਨਾਂ ਨੂੰ ਪ੍ਰੈਸ ਦਾ ਪਤਾ ਹੈ। ਮੈਂ ਤਾਂ ਸਿਰਫ ਐਕੈਡੈਮਿਕਲੀ ਇੱਕ ਐਂਗਲ ਕਿ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਪ੍ਰੋਬਲਮ ਜਿਹੜੀ ਹੈ ਉਹ ਹੈ ਸਿਵਲ ਸੁਸਾਇਟੀ ਨੂੰ ਖਤਰਾ ਜਿਹੜਾ ਹੈ। ਜਿਹੜਾ ਕੰਗਣਾ ਦੀ ਆਜ਼ਾਦੀ ਵਾਲੀ ਗੱਲ ਹੈ ਨਾ, ਇਹ ਸਿਵਲ ਸੁਸਾਇਟੀ ਨੂੰ ਖਤਰੇ ਵੱਲ ਜਾਂਦੀ ਸੀਗੀ। ਸਿਵਲ ਸੁਸਾਇਟੀ ਖਤਰੇ ਬੜੀ ਵੱਡੀ ਡਿਬੇਟ ਚੱਲ ਰਹੀ ਹੈ। ਹੁਣ ਮੈਂ ਸਮਝਦਾ ਕਿ ਉਹਨਾਂ ਦਾ ਵੱਡਾ ਏਜੰਡਾ ਉਹ ਹੈ, ਇਹ ਛੋਟਾ ਏਜੰਡਾ ਸੀਗਾ। ਛੋਟੇ ਏਜੰਡੇ ਦੀ ਛੋਟਾ ਇੱਕ ਡਾਇਮੈਂਸ਼ਨ ਹੈ। ਯੂਪੀ ਤੇ ਜਿਹੜੀ ਪੰਜਾਬ ਦੀ ਤੁਸੀਂ ਮਤਲਬ ਹਵਾਲਾ ਦੇ ਰਹੇ ਸੀਗੇ, ਇਲੈਕਸ਼ਨ ਵਿੱਚ ਵੋਟ ਦੀ ਚੋਟ ਤੇ ਕਿਸਾਨਾਂ ਨੇ ਸਾਬਤ ਕਰ ਦਿੱਤੀ। ਇਹ ਜਿਹੜਾ ਮੂਵਮੈਂਟ ਹੈ ਇਹ ਸਭ ਤੋਂ ਵੱਡੀ ਮੂਵਮੈਂਟ ਹੈ ਹਿੰਦੁਸਤਾਨ ਦੀ ਮਤਲਬ ਆਜ਼ਾਦੀ ਤੋਂ ਬਾਅਦ ਚੱਲੀ ਹੋਈ, ਤੇ ਇਹਦਾ ਨਤੀਜਾ ਵੀ ਬਹੁਤ ਵੱਡਾ ਨਿਕਲਿਆ। ਮੈਂ ਸਮਝਦਾ ਇਹ ਹਾਂ ਕਿ ਇਹ ਉਹਨਾਂ ਨੇ ਅਜੇ ਵੀ ਠੀਕ ਟਾਈਮ ਤੇ ਫੈਸਲਾ ਲਿਆ। ਉਹਨਾਂ ਕੋਲ ਆਸ ਹੈ ਨਹੀਂ ਸੀਗੀ। ਹੁਣ ਮੇਰਾ ਮਤਲਬ ਇਹ ਹੈ ਕਿ ਅਸੀਂ ਪੋਲੀਟੀਕਲੀ ਉਹਨਾਂ ਦੇ ਫੈਸਲੇ ਨੂੰ ਅਪਰੀਸ਼ੀਏਟ ਨਹੀਂ ਕਰ ਸਕਦੇ ਆਪਣੇ ਤੌਰ ਤੇ। ਅਸੀਂ ਮੈਨੂੰ ਉਹ ਚੰਗਾ ਲੱਗਦਾ ਹੈ ਕਿ ਲੋਕ ਘਰ ਆਉਣਗੇ, ਆਪਣੇ ਘਰ ਆਣ ਕੇ ਗੁਰਪੁਰਬ ਮਨਾਉਣ, ਜਿਹੜੇ ਬਜ਼ੁਰਗ ਉੱਥੋਂ ਵਿਛੜੇ ਹੋਏ ਨੇ ਉਹ ਆਪਣੇ ਘਰਾਂ 'ਚ ਬੈਠਣ, ਮੈਨੂੰ ਉਹ ਚੰਗਾ ਲੱਗਦਾ ਹੈ ਵੀ ਮਤਲਬ ਵਾਪਸ ਆਉਣ ਦਾ। ਪਰ ਇਸ ਦੇ ਬਾਵਜੂਦ ਇਹਦੇ ਪਿੱਛੇ ਜੋ ਕੁਝ ਹੈ, ਕਿਉਂਕਿ ਮੋਦੀ ਸਾਹਿਬ ਦਾ ਇਹ ਡਿਸੀਜਨ ਜਿਹੜਾ ਹੈ ਇਹ ਵੀ ਇਹਦੀ ਸੁਰ ਸਮਝ ਤੇ ਪ੍ਰਗਟਾਵਾ ਬਿਲਕੁਲ ਡੀਮੋਨੇਟਾਈਜੇਸ਼ਨ ਵਰਗਾ ਹੈ, ਛੱਡਣ ਆਇਆ ਹੈ। ਮੈਨੂੰ ਮੇਰੇ ਮੁੰਡੇ ਨੇ ਕੈਨੇਡਾ ਤੋਂ ਦੱਸਿਆ, ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਸਵੇਰੇ ਅਖਬਾਰਾਂ ਪੜ੍ਹਦਾ ਸੀ, ਉਹਦੇ ਵਿੱਚ ਕੁਛ ਹੈ ਨਹੀਂ ਸੀ ਤੇ ਟੈਲੀਵਿਜ਼ਨ ਮੈਂ ਲਾਇਆ ਨਹੀਂ ਸੀ। ਤੇ ਇਸ ਕਰਕੇ ਮੈਨੂੰ ਤੇ ਮਤਲਬ ਇਹ ਲੱਗਦਾ ਇਹ ਹੈ ਕਿ ਇਹਦੇ ਤੇ ਤੁਰਤ ਤੇ ਨਹੀਂ ਕਿਹਾ ਜਾ ਸਕਦਾ, ਪਰ ਇਹਦੀਆਂ ਇੰਪਲੀਕੇਸ਼ਨ ਮੋਦੀ ਉਹਨਾਂ ਨੂੰ ਫਾਇਦਾ ਹੋਏਗਾ, ਪਰ ਫਾਇਦਾ ਉਹਨਾਂ ਹੋਏਗਾ ਜਿੰਨਾ ਉਹ ਚਾਹੁੰਦੇ ਨੇ, ਤੇ ਫਾਇਦਾ ਕਿੰਨਾ ਹੋਏਗਾ ਇਹ ਬਾਅਦ ਵਿੱਚ ਦੇਖਿਆ ਜਾਏਗਾ। ਪਰ ਮੈਂ ਸਮਝਦਾ ਕਿ ਮੂਲ ਮੁੱਦਾ ਜਿਹਦੇ ਵਾਸਤੇ ਮੋਦੀ ਪੋਲਿਟਿਕਸ ਕਰ ਰਹੇ ਨੇ ਉਸ ਨੂੰ, ਉਹਦੇ ਵਿੱਚ ਉਹਨਾਂ ਦੀ ਕੋਈ ਚੇਂਜ ਨਹੀਂ ਹੈ। ਉਹ ਏਜੰਡਾ ਜਿਹੜਾ ਹੈ ਉਹ ਸਿਵਲ ਸੁਸਾਇਟੀ ਨੂੰ ਖਤਰੇ ਦਾ ਹੈ। ਉਹ ਡੈਮੋਕ੍ਰੇਸੀ ਦਾ ਇੱਕ ਨਵਾਂ ਰੂਪ, ਇੱਕ ਜਿਹੜਾ ਭਗਵਾ ਰੂਪ ਹੈ ਡੈਮੋਕ੍ਰੇਸੀ ਦਾ, ਉਹ ਸਾਹਮਣੇ ਲਿਆ ਰਹੇ ਨੇ। ਇਹ ਨਹਿਰੂ ਨੂੰ ਜਿਹੜੀ ਮਤਲਬ ਨਹਿਰੂਇਨ ਜਿਹੜੀ ਹੈਗੀ ਸੀ ਏਜ, ਉਹ ਸਾਰੀ ਨੂੰ ਰਿਜੈਕਟ ਕਰਕੇ ਆਪਣੇ ਤੌਰ ਤੇ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਮੋਦੀ ਉੱਥੇ ਗਏ ਨੇ ਯੂਪੀ ਤੋਂ, ਕਹਿੰਦੇ ਨੇ ਕਿ ਅਸੀਂ ਆਏ ਹਾਂ ਤੇ ਯੂਪੀ 'ਚ ਵਿਕਾਸ ਹੋਇਆ ਹੈ। ਇਹਦਾ ਮਤਲਬ ਉਹ ਆਏ ਨੇ ਤੇ ਯੂਪੀ ਰੋਟੀ ਖਾਣ ਲੱਗੀ ਹੈ, ਉਹ ਆਏ ਨੇ ਤੇ ਪਾਣੀ ਪੀਣ ਲੱਗੀ ਹੈ, ਉਹ ਆਏ ਨੇ ਤੇ ਯੂਪੀ ਦੀ ਸੜਕ ਬਣਨ ਲੱਗੀ ਹੈ। ਕਿਆ ਬਾਤ ਹੈ ਇਹ ਉਹ ਜੇ ਮੋਦੀ ਦੇ 14 ਚ ਆਉਣ ਨਾਲ ਹੀ ਸਾਰਾ ਕੁਝ ਹੋਇਆ। ਇਹ ਜਿਹੜੀ ਇਹੋ ਜਿਹੀਆਂ ਗੱਲਾਂ ਨੇ ਨਾ, ਇਹ ਵੱਡੇ ਮਸਲੇ ਇਹ ਨੇ। ਇਹ ਜਿਹੜਾ ਮੇਰੇ ਮੁਤਾਬਕ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਹਨਾਂ ਨੂੰ ਵਧਾਈ ਦਿੱਤੀ ਜਾਏਗੀ, ਪਰ ਇਸ ਗੱਲ ਦਾ ਅਜੇ ਖਮਿਆਜ਼ਾ ਕੀ ਨਿਕਲਦਾ ਹੈ, ਕਿਸਾਨਾਂ ਨੂੰ ਕੀ ਭੁਗਤਣਾ ਪੈਂਦਾ ਹੈ, ਇਹ ਕਿੱਧਰ ਨੂੰ ਜਾਂਦੇ ਨੇ, ਇਹਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿ ਸਕਦਾ। ਮੈਨੂੰ ਐਕੈਡੈਮਿਕਲੀ ਇਹੀ ਲੱਗਦਾ ਹੈ ਕਿ ਉਹਨਾਂ ਨੂੰ ਸ਼ਾਬਾਸ਼ ਹੈ
ਉਹਨਾਂ ਨੇ ਚੰਗਾ ਕੰਮ ਕੀਤਾ, ਖਹਿੜਾ ਛਡਾਇਆ। ਤੇ ਹੁਣ ਪਰ ਇਸ ਵੇਲੇ ਹਾਲਤ ਇਹ ਹੈ ਵੀ ਸਾਨੂੰ ਜਿਹੜਾ ਉਹ ਜਿਹੜੇ ਦੂਜੇ ਮੁੱਦੇ ਨੇ ਇੰਪੋਰਟੈਂਟ, ਜਿਹਦੇ ਨਾਲ ਹਿੰਦੁਸਤਾਨ ਦੀ ਸਾਰੀ ਸ਼ੇਪ ਚੇਂਜ ਹੋ ਰਹੀ ਹੈ, ਜਿਹਦੇ ਨਾਲ ਜਿਹੜੀ ਡੈਮੋਕ੍ਰੇਸੀ ਔਰ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਜਾ ਰਹੀ ਹੈ, ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਸਾਨੂੰ। ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ, ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਸਮਝਿਆ? ਅਚਨਚੇਤ ਪ੍ਰਧਾਨ ਮੰਤਰੀ ਦਾ ਜਿਵੇਂ ਨੋਟਬੰਦੀ ਵਾਲਾ ਮਾਮਲਾ ਸੀ, ਉਵੇਂ ਸਾਹਮਣੇ ਆ ਕੇ ਟੈਲੀਵਿਜ਼ਨ ਤੋਂ ਇਹਦੇ ਤੇ ਗੱਲ ਕਰਨੀ, ਔਰ ਇਹ ਖੁੱਲੇ ਮਨ ਨਾਲ ਕਹਿਣਾ ਕਿ ਸਾਡੀ ਤਪੱਸਿਆ 'ਚ ਕੋਈ ਕਮੀ ਰਹੀ ਜਿਹੜੀ ਅਸੀਂ ਆਪਣੀ ਗੱਲ ਕਿਸਾਨਾਂ ਨੂੰ ਨਹੀਂ ਸਮਝਾ ਸਕੇ। ਇਹਦੇ ਤੇ ਹੁਣ ਕੋਈ ਬਹਿਸ ਦਾ ਮੌਕਾ ਨਹੀਂ, ਦੋਸ਼ ਦਾ ਕੋਈ ਮੌਕਾ ਨਹੀਂ। ਅਸੀਂ ਇਹਨੂੰ ਰਿਪੀਲ ਕਰਦੇ ਹਾਂ, ਇਹਨੂੰ ਖੇਤੀ ਕਾਨੂੰਨ ਵਾਪਸ ਲੈਂਦੇ ਹਾਂ। ਇਸ ਇਬਾਰਤ ਨੂੰ ਜਿਹੜੀ ਸੰਖੇਪ ਸਮਝ ਆਉਂਦੀ ਭਾਸ਼ਾ, ਇਹਨੂੰ ਕਿਵੇਂ ਤੁਸੀਂ ਇਹਨੂੰ ਲੈਂਦੇ ਹੋ? ਰੰਧਾਵਾ ਸਾਹਿਬ, ਪਹਿਲਾਂ ਤਾਂ ਮੇਰੀ ਤਰਫੋਂ ਸਾਰੇ ਸਰੋਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਜੀ ਜੀ। ਔਰ ਜਿਹੜੀ ਇਹ ਅੱਜ ਅਨਾਉਂਸਮੈਂਟ ਹੋਈ ਹੈ, ਕਾਨੂੰਨਾਂ ਨੂੰ ਰਿਪੀਲ ਕਰਨ ਦੀ ਐਲਾਨ ਹੋਇਆ ਹੈ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੇ ਪਵਿੱਤਰ ਮੌਕੇ ਤੇ ਕੀਤੀ ਗਈ ਹੈ। ਇਹਦੇ ਵਾਸਤੇ ਮੋਦੀ ਸਾਹਿਬ ਵੀ ਵਧਾਈ ਦੇ ਪਾਤਰ ਤੇ ਕਿਸਾਨ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇੰਨਾ ਲੰਬਾ ਸੰਘਰਸ਼ ਲੜਿਆ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅੱਜ ਇਹ ਅਨਾਉਂਸਮੈਂਟ ਹੋਈ ਹੈ, ਇੱਕ ਜਸਟ ਓਰਲ ਐਲਾਨ ਹੈ। ਹਜੇ ਜਿਹੜੀ ਇਹਦੀ ਇੰਪਲੀਮੈਂਟੇਸ਼ਨ ਹੈ, ਰਿਪੀਲ ਦਾ ਪ੍ਰੋਸੈਸ ਹੈ, ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਾ ਕੇ ਕੰਪਲੀਟ ਕਰਨਾ ਹੈ। ਹੁਣ ਕਿਸਾਨ ਇਹਦੇ ਤੇ ਕੀ ਰਿਐਕਸ਼ਨ ਦਿੰਦੇ ਹੈਗੇ, ਇਹਦੇ ਬਾਰੇ ਉਹਨਾਂ ਦੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੈ। ਵੈਸੇ ਤਾਂ ਮੋਦੀ ਸਾਹਿਬ ਨੇ ਇਹ ਅਪੀਲ ਕੀਤੀ ਹੈ ਕਿ ਮੈਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਘਰ ਜਾ ਕੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ। ਪਰ ਮੈਨੂੰ ਲੱਗਦਾ ਕਿ ਇੱਕਦਮ ਕਿਸਾਨ ਜਥੇਬੰਦੀਆਂ ਦੀ ਤਰਫੋਂ ਉੱਠਣ ਦਾ ਫੈਸਲਾ ਨਹੀਂ ਕੀਤਾ ਜਾਏਗਾ, ਕਿਉਂਕਿ ਪ੍ਰੈਸ਼ਰ ਰੱਖਣਾ ਹੁੰਦਾ ਹੈ। ਇੱਕ ਜਿਹੜੀ ਗਰੁੱਪ ਪੋਲਿਟਿਕਸ ਹੈ ਜਾਂ ਜਿਹੜੀ ਜਥੇਬੰਦੀਆਂ ਦੀ ਪੋਲਿਟਿਕਸ ਹੈ, ਉਹਦੇ ਵਿੱਚ ਜਦ ਤੱਕ ਕੋਈ ਗੱਲ ਸਿਰੇ ਨਹੀਂ ਚੜ ਜਾਂਦੀ। ਇਹ ਤਾਂ ਸਿਰਫ ਇੱਕ ਅਨਾਉਂਸਮੈਂਟ ਹੈ। ਅਨਾਉਂਸਮੈਂਟ ਤੋਂ ਬਾਅਦ ਇਹ ਚੀਜ਼ਾਂ ਫਾਰਮਲਾਈਜ਼ ਹੋਣੀਆਂ, ਕੁਛ ਨਾ ਕੁਛ ਰਿਟਨ ਦੇ ਵਿੱਚ ਵੀ ਮੰਗ ਸਕਦੇ ਨੇ ਕਿਸਾਨ ਕਿ ਸਾਨੂੰ ਰਿਟਨ ਦੇ ਵਿੱਚ ਦਿਓ। ਇਹ ਤਾਂ ਜ਼ੁਬਾਨੀ ਕਲਾਮੀ ਗੱਲਾਂ ਹੈਗੀਆਂ, ਇਹਨਾਂ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਜਥੇਬੰਦੀਆਂ ਨੇ ਹਜੇ ਗੱਲ ਕਰਨੀ ਹੈ। ਔਰ ਜਿਹੜੀ ਇਹਦਾ ਪ੍ਰੋਸੈਸ ਹੈ ਇੰਪਲੀਮੈਂਟੇਸ਼ਨ ਦਾ, ਉਹ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਸ਼ੁਰੂ ਹੋਣਾ ਹੈਗਾ। ਪਰ ਜਦ ਪ੍ਰਾਈਮ ਮਿਨਿਸਟਰ ਨੇ ਐਡੀ ਬੜੀ ਗੱਲ ਕਹੀ ਹੈ, ਸਾਰਿਆਂ ਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਕਿ ਇਹ ਰਿਪੀਲ ਦਾ ਪ੍ਰੋਸੈਸ ਜਿਹੜਾ ਹੈ ਉਹ ਸਿਰੇ ਚੜੇਗਾ। ਇਹ ਜਿਹੜੇ ਅਨਾਉਂਸਮੈਂਟ ਹੋਈ ਹੈ, ਮੈਨੂੰ ਲੱਗਦਾ ਪੋਲੀਟੀਕਲ ਸਾਇੰਸ ਸਟੂਡੈਂਟ ਦੇ ਤੌਰ ਤੇ ਕਿ ਚਾਹੇ ਗੁਰਪੁਰਬ ਦੇ ਮੌਕੇ ਤੇ ਕੀਤੀ ਗਈ ਹੈ, ਲੇਕਿਨ ਇਹ ਜਿਹੜੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ, ਖਾਸ ਤੌਰ ਤੇ ਯੂਪੀ ਤੇ ਪੰਜਾਬ ਦੇ ਵਿੱਚ, ਉਹਨਾਂ ਦੇ ਮੱਦੇ ਨਜ਼ਰ ਇਹ ਅਨਾਉਂਸਮੈਂਟ ਕੀਤੀ ਗਈ ਹੈ। ਔਰ ਇਹਦੇ ਨਾਲ ਕਿਸਾਨਾਂ ਦੇ ਐਟੀਟਿਊਡ ਦੇ ਵਿੱਚ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ, ਉਹਨਾਂ ਦੇ ਐਟੀਟਿਊਡ ਦੇ ਵਿੱਚ ਕੀ ਫਰਕ ਪੈਂਦਾ, ਇਹ ਦੇਖਣ ਵਾਲਾ ਹੈ। ਅੱਛਾ, ਮੈਂ ਇੱਥੇ ਤੁਹਾਡੇ ਤੋਂ, ਕਿਉਂਕਿ ਹੁਣ ਆਪਾਂ ਇਹਨੂੰ ਦੂਜੇ ਸੈਗਮੈਂਟ ਦੇ ਵਿੱਚ, ਇਹਦੀ ਦੂਜੇ ਰਾਉਂਡ ਦੀ ਗੱਲਬਾਤ ਦੇ ਵਿੱਚ ਆ ਜਾਂਦੇ ਆ। ਮੈਨੂੰ ਇਹ ਦੱਸੋ ਸਾਫ਼ ਲਫ਼ਜ਼ਾਂ 'ਚ ਕਿ ਯੂਪੀ ਦੇ ਪ੍ਰਭਾਵ ਨੂੰ ਪਾਸੇ ਰੱਖ ਦਈਏ, ਕਿਉਂਕਿ ਯੂਪੀ 'ਚ ਨੁਕਸਾਨ ਹੋਣਾ ਸ਼ੁਰੂ ਹੋਇਆ ਸੀ ਤੇ ਉਹਨਾਂ ਨੂੰ ਉੱਥੋਂ ਖਤਰਾ ਥੋੜਾ ਲੱਗਦਾ ਹੈ। ਲੇਕਿਨ ਜੇਕਰ ਪੰਜਾਬ ਦੇ ਦ੍ਰਿਸ਼ ਵਿੱਚ ਰਾਜਨੀਤਿਕ ਤੌਰ ਤੇ ਅੱਜ ਬੀਜੇਪੀ ਨੂੰ ਕੋਈ ਇਹਦਾ ਫਾਇਦਾ ਦੇਖਣਾ ਹੋਵੇ, ਇਹਦੀ ਪ੍ਰਤੀਸ਼ਤਤਾ ਕਿੰਨੀ ਰਹੂਗੀ? ਕੀ ਲੋਕ ਤੁਰੰਤ ਸਵੀਕਾਰ ਕਰ ਲੈਂਦੇ ਆ ਇੰਨੀ ਲੰਬੀ ਲੜਾਈ, ਇੰਨਾ ਲੰਬਾ ਟਕਰਾਅ, ਤੇ ਉਸ ਤੋਂ ਬਾਅਦ ਕੀ ਤੁਰੰਤ ਪ੍ਰਭਾਵ ਨਾਲ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਖੁੱਲੇ ਮਨ ਨਾਲ ਬਾਹਾਂ ਅੱਡ ਕੇ ਵੈਲਕਮ ਕੀਤਾ ਜਾਊਗਾ? ਬੀਜੇਪੀ ਦੀ ਪੰਜਾਬ 'ਚ ਰਾਜਨੀਤੀ ਦਾ ਕੋਈ ਆਧਾਰ ਬਣਦਾ ਇਹਦੇ ਨਾਲ? ਦੇਖੋ, ਇਹਦੇ 'ਚ ਇੱਕ ਗੱਲ ਤਾਂ ਇਹ ਹੈ ਕਿ ਅਗਰ ਇਹ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹਨਾਂ ਨੂੰ ਰਿਪੀਲ ਕਰਨ ਦਾ ਪ੍ਰੋਸੈਸ ਸਿੰਸੀਅਰਲੀ ਫੋਲੋ ਕੀਤਾ ਜਾਂਦਾ ਹੈ ਤੇ ਰਿਪੀਲ ਸੱਚਮੁੱਚ ਹੋ ਜਾਂਦੇ ਹੈਗੇ, ਤਾਂ ਲੋਕਾਂ ਦੇ ਇੱਕ ਸੈਕਸ਼ਨ ਦੇ ਵਿੱਚ ਤਾਂ ਐਟੀਟਿਊਡ ਦੇ ਵਿੱਚ ਫਰਕ ਪਏਗਾ। ਤੇ ਦੂਸਰੀ ਗੱਲ ਹੈਗੀ ਐਲਾਈਜ਼ ਦੀ। ਜਿਹੜੇ ਅੱਜ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਪੋਲੀਟੀਕਲ ਐਲਾਈਜ਼ ਨਹੀਂ ਮਿਲ ਰਿਹਾ,
ਕੋਈ ਪੋਲੀਟੀਕਲ ਪਾਰਟੀ ਓਪਨਲੀ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਇੱਕ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਜੀ ਨੇ ਇਹ ਹਿੰਟ ਦਿੱਤਾ ਹੈ ਕਿ ਸਾਡਾ ਬੀਜੇਪੀ ਨਾਲ ਸੀਟ ਸ਼ੇਅਰਿੰਗ ਹੋ ਸਕਦੀ ਹੈ। ਬਾਕੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਬੀਜੇਪੀ ਨਾਲ ਗੱਠਜੋੜ ਦੀ ਕੋਈ ਗੱਲ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਪਰ ਜੇ ਇਹ ਕਾਨੂੰਨ ਰਿਪੀਲ ਹੋ ਜਾਂਦੇ ਨੇ ਤਾਂ ਕਾਂਗਰਸ ਤੇ ਆਮ ਆਦਮੀ ਨੂੰ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਮੇਰਾ ਖਿਆਲ ਹੈ ਬੀਜੇਪੀ ਵਾਸਤੇ ਓਪਨ ਹੋਣਗੀਆਂ ਅਲਾਈਅੰਸ ਵਾਸਤੇ ਤੇ ਸੀਟ ਸ਼ੇਅਰਿੰਗ ਵਾਸਤੇ। ਜੀ ਪ੍ਰੋਫੈਸਰ ਸਾਹਿਬ, ਆਉਣ ਵਾਲੀ ਪੰਜਾਬ ਦੀ ਸਿਆਸਤ ਤੇ ਬੜਾ ਪ੍ਰਭਾਵ ਪਏਗਾ ਕਿਉਂਕਿ ਈਵਨ ਅਕਾਲੀ ਦਲ ਵੀ ਸੋਚ ਸਕਦਾ ਹੈ। ਮੈਂ ਉਹੀ ਮਸਲਾ ਖਤਮ ਹੋ ਜਾਂਦਾ ਹੈ ਕਿਸਾਨਾਂ ਦਾ, ਚਾਹੇ ਉਹਨਾਂ ਦਾ ਬੀਐਸਪੀ ਨਾਲ ਅਲਾਈਅੰਸ ਹੋ ਗਿਆ, ਬੀਐਸਪੀ ਨਾਲ ਅਲਾਈਅੰਸ ਹੋਣ ਤੋਂ ਬਾਅਦ ਵੀ ਉਹਨਾਂ ਕੋਲ 97 ਸੀਟਾਂ ਹੈਗੀਆਂ, 97 ਦੇ ਵਿੱਚੋਂ ਹਜੇ 83 ਤੇ ਕੈਂਡੀਡੇਟ ਖੜੇ ਕੀਤੇ ਹੈਗੇ, 14 ਸੀਟਾਂ ਹਜੇ ਖਾਲੀ ਹੈਗੀਆਂ ਤੇ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਐਡਜਸਟਮੈਂਟ ਉਹ ਬੀਜੇਪੀ ਦੇ ਨਾਲ ਕਰ ਸਕਦੇ ਨੇ। ਉਸ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਹੈ ਜਾਂ ਪੰਜਾਬ ਲੋਕ ਕਾਂਗਰਸ ਹੈ, ਹੋਰ ਪੋਲੀਟੀਕਲ ਪਾਰਟੀਆਂ ਹੈਗੀਆਂ, ਉਹ ਵੀ ਬੀਜੇਪੀ ਨਾਲ ਓਪਨਲੀ ਚੱਲਣ ਵਾਸਤੇ ਤਿਆਰ ਹੋ ਸਕਦੀਆਂ ਹੈਗੀਆਂ ਜਦ ਇਹ ਕਿਸਾਨਾਂ ਦਾ ਮਸਲਾ ਸੋਲਵ ਹੋ ਜਾਂਦਾ ਹੈ। ਇਹਦੇ ਨਾਲ ਦੇਖੋ ਪੋਲੀਟੀਕਲ ਐਡਵਾਂਟੇਜ ਤਾਂ ਬੀਜੇਪੀ ਨੂੰ ਹੋਏਗਾ ਹੀ ਹੋਏਗਾ ਅਗਰ ਇਹ ਜਿਹੜਾ ਮੁੱਦਾ ਸੋਲਵ ਹੋ ਜਾਂਦਾ ਹੈ। ਪੋਲੀਟੀਕਲੀ ਬੀਜੇਪੀ ਨੂੰ ਇੱਕ ਗਰਾਊਂਡ ਮਿਲ ਜਾਏਗਾ ਕੰਮ ਕਰਨ ਦਾ, ਜਿਹੜਾ ਕਿਸਾਨਾਂ ਦਾ ਵਿਰੋਧ ਹੈ ਉਹ ਖਤਮ ਹੋ ਜਾਏਗਾ। ਉਹਦੇ ਖਤਮ ਹੋਣ ਦੇ ਨਾਲ ਓਪਨ ਕਨਵੈਂਸਿੰਗ ਐਲਾਈਜ਼ ਦੇ ਨਾਲ ਜਿਹੜਾ ਹੈਗਾ ਪੋਸੀਬਿਲਿਟੀ, ਇਹ ਸਾਰੀਆਂ ਗੱਲਾਂ ਦਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਪੈਰ ਰੱਖਣ ਵਾਸਤੇ ਥਾਂ ਜ਼ਰੂਰ ਮਿਲ ਜਾਏਗੀ ਕਿਉਂਕਿ ਹਜੇ ਤੱਕ ਉਹਨਾਂ ਨੂੰ ਪੈਰ ਰੱਖਣ ਵਾਸਤੇ ਥਾਂ ਨਹੀਂ ਸੀ ਮਿਲ ਰਹੀ, ਨਾ ਅਲਾਈਨ ਮਿਲ ਰਿਹਾ ਸੀ, ਨਾ ਕੈਂਪੇਨ ਦੀ ਗੱਲ ਹੋ ਰਹੀ ਸੀ। ਹੁਣ ਇਹ ਸਾਰੀਆਂ ਚੀਜ਼ਾਂ ਓਪਨ ਅਪ ਹੋਣ ਦੀ ਪੋਸੀਬਿਲਿਟੀ ਹੈ। ਮੈਂ ਪ੍ਰੋਫੈਸਰ ਸਾਹਿਬ ਆਉਣਾ ਤੁਹਾਡੇ ਵੱਲ ਦੁਬਾਰਾ। ਮੈਂ ਭਾਸਕਰ ਸਾਹਿਬ ਇੱਕ ਵਾਰੀ ਸਰਦਾਰ ਬਲਕਾਰ ਸਿੰਘ ਤੋਂ ਇੱਕ ਟਿੱਪਣੀ ਲੈ ਲਵਾਂ, ਬੜੀ ਅਹਿਮ ਆ। ਮੈਨੂੰ ਦੱਸਿਓ ਸਰਦਾਰ ਸਾਹਿਬ ਕਿ ਜੇ ਮੰਨ ਲਓ ਅੱਜ ਦੇ ਦਿਨ ਦੇ ਵਿੱਚ ਸਭ ਨਾਰਮਲ ਹੋ ਜਾਂਦਾ, ਵੈਸੇ ਤਾਂ ਕੱਲੀ ਬੀਜੇਪੀ ਨੂੰ ਨਹੀਂ ਸਾਰੀਆਂ ਸਿਆਸੀ ਧਿਰਾਂ ਨੂੰ ਪੰਜਾਬ ਦੇ ਵਿੱਚ ਪੈਰ ਰੱਖਣ ਦੀ ਜਗ੍ਹਾ ਮਿਲੂਗੀ ਕਿਉਂਕਿ ਸਿਆਸੀ ਸਰਗਰਮੀਆਂ ਸਿੱਧੇ ਤੌਰ ਤੇ ਕਰਨ ਲੱਗੇ ਸਾਰੇ ਹੀ ਡਰ ਰਹੇ ਸੀਗੇ, ਰੋਜ਼ ਵਿਰੋਧ ਸਹਿਣਾ ਪੈਂਦਾ। ਅਕਾਲੀ ਦਲ ਇੱਕ ਵਾਰੀ ਫਿਰ ਆਪਣੇ ਰਵਾਇਤੀ ਭਾਈਵਾਲ ਵੱਲ ਵਧੂਗਾ ਕਿਉਂਕਿ ਅਕਾਲੀ ਦਲ ਨੂੰ ਸਪੋਰਟ ਸਿਸਟਮ ਦੀ ਲੋੜ ਹੈ, ਉਹਨਾਂ ਨੂੰ ਸੱਤਾ ਉੱਪਰਲੀ ਚਾਹੀਦੀ ਹੈ, ਉਹ ਉਹਨਾਂ ਦੀ ਸਰਪ੍ਰਸਤ ਹੋਵੇ ਤਾਂ ਬਹੁਤ ਮਸਲੇ ਉਹਨਾਂ ਦੇ ਹੱਲ ਹੁੰਦੇ ਰਹਿੰਦੇ ਆ। ਤੁਰੰਤ ਪ੍ਰਭਾਵ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਸਰਗਰਮ ਹੋਣਾ ਕਿ ਬੀਜੇਪੀ ਨੂੰ ਉਹ ਪੁਰਾਣੀਆਂ ਸਾਰੀਆਂ ਰਵਾਇਤੀ ਸੀਟਾਂ ਛੱਡਣ ਲਈ ਤਿਆਰ ਹੋ ਜਾਣਗੇ ਜਾਂ ਬੀਜੇਪੀ ਵੱਡੀ ਗੇਮ ਖੇਡਣਾ ਚਾਹੂਗੀ ਐਤਕਾਂ ਵੱਡੇ ਭਾਈਵਾਲ ਵਜੋਂ, ਕੈਪਟਨ ਅਮਰਿੰਦਰ ਸਿੰਘ ਨੂੰ ਛੋਟੇ ਭਾਈਵਾਲ ਵਜੋਂ ਔਰ ਢੀਂਡਸਿਆਂ ਨੂੰ ਨਾਲ ਲੈ ਕੇ ਅੱਗੇ ਤੁਰਨਾ ਚਾਹੂਗੀ? ਤੁਹਾਨੂੰ ਕੀ ਲੱਗਦਾ ਬੀਜੇਪੀ ਦੀ ਪੰਜਾਬ ਵਿੱਚ ਰਾਜਨੀਤੀ ਖੁੱਲ ਗਈ ਆ ਤੇ ਕਿੰਨਾ ਕਿ ਇਹਨਾਂ ਨੂੰ ਲਾਭ ਹੋਣ ਵਾਲਾ? ਮੈਂ ਇਹਦੇ ਦੋ ਐਸਪੈਕਟ ਲੈਣਾ। ਇੱਕ ਐਸਪੈਕਟ ਤੇ ਇਹ ਹੈ ਕਿ ਬੀਜੇਪੀ ਨੂੰ ਸਿਰਫ ਇੰਨਾ ਹੀ ਫਾਇਦਾ ਹੋਇਆ ਹੈ ਕਿ ਹੁਣ ਉਹਨਾਂ ਦਾ ਵਿਰੋਧ ਨਹੀਂ ਹੋਏਗਾ, ਉਹ ਖੁੱਲ ਕੇ ਆਪਣੀ ਗੱਲ ਕਹਿ ਸਕਦੇ ਨੇ, ਜਿੱਥੇ ਵੀ ਉਹਨਾਂ ਨੇ ਕਰਨੀ ਹੈ ਗੱਲ ਕਰ ਸਕਦੇ ਨੇ। ਇਹ ਨਹੀਂ ਗੱਲ ਜਿਹੜੀ ਹੈ, ਇਹੀ ਫਾਇਦਾ ਹੋਇਆ ਉਹਨਾਂ ਨੂੰ। ਦੂਜਾ ਫਾਇਦਾ ਜਿਹੜਾ ਉਹ ਮੈਨੂੰ ਬਹੁਤਾ ਨਹੀਂ ਲੱਗਦਾ। ਬੀਜੇਪੀ ਜਿਹੜੇ ਸੀਟਾਂ ਛੱਡ ਕੇ ਫੈਸਲੇ ਕਰਨ ਦਾ ਮਾਮਲਾ ਹੈ, ਨਾ ਅਮਰਿੰਦਰ ਸਿੰਘ ਦੀ ਕਾਂਗਰਸ, ਨਾ ਇਹ ਤੇ ਨਾ ਅਕਾਲੀ ਦਲ ਇਹ ਸੀਟਾਂ ਨਹੀਂ ਛੱਡਣਗੇ। ਸਟ੍ਰੈਟੇਜਿਕ ਫੈਸਲੇ ਹੋਣਗੇ ਵੀ ਕਿੱਥੇ ਅਸੀਂ ਕਮਜ਼ੋਰ ਕੈਂਡੀਡੇਟ ਦੇਣਾ, ਕਿੱਥੇ ਦਾ। ਲੜਾਈ ਜਿਹੜੀ ਆ ਅਲਟੀਮੇਟਲੀ ਕਾਂਗਰਸ ਤੇ ਅਕਾਲੀਆਂ ਵਿੱਚ ਹੀ ਹੋਣੀ ਹੈ ਤੇ ਅਕਾਲੀਆਂ ਨੂੰ ਕਾਂਗਰਸ ਨਾਲ ਲੜਨ ਵਾਸਤੇ ਉਹਨਾਂ ਨੂੰ ਇਹਨਾਂ ਦੀ ਸਾਰਿਆਂ ਦੀ ਮਦਦ ਲੈਣੀ ਪਏਗੀ। ਅਮਰਿੰਦਰ ਦੀ ਵੀ ਲੈਣੀ ਪਏਗੀ, ਭਾਜਪਾ ਦੀ ਵੀ ਲੈਣੀ ਚਾਹੀਦੀ, ਮਤਲਬ ਬਸਪਾ ਦੀ ਲਈ ਹੋਈ ਹੈ। ਤੇ ਇਹਦੇ ਨਾਲ ਤੀਜੇ ਨੰਬਰ ਤੇ ਜਾ ਕੇ ਜਿਹੜੀ ਆ ਆਪ ਪਾਰਟੀ ਚਲੀ ਜਾਏਗੀ। ਵੈਸੇ ਮੈਂ ਸਮਝ ਆਏ ਹਾਂ ਕਿ ਉਂਝ ਮੇਰਾ ਮਨ ਇਹ ਹੈ, ਮੈਂ ਇਹ ਕਿਹੜੇ ਆਧਾਰ ਤੇ ਕਹਿ ਰਿਹਾ ਉਹ ਮੈਂ ਤੁਹਾਡੇ ਪੈਨਲਿਸਟ ਨਾਲ ਸਾਂਝਾ ਕਰਨਾ ਚਾਹਨਾ ਕਿ ਮੈਂ ਯਕੀਨ ਕਰਦਾ ਇਕਨੋਮਿਕਲੀ ਇਹ ਕਿ ਮਾਈਂਡ ਸੈਟ ਜਿਹੜਾ ਹੈ ਇਹ ਓਵਰਨਾਈਟ ਨਾ ਬਣਦਾ ਹੈ ਨਾ ਚੇਂਜ ਹੁੰਦਾ ਹੈ। ਜਿਹੜਾ ਪੰਜਾਬ ਦਾ ਮਾਈਂਡ ਸੈਟ ਹੈ ਇਹ ਨਾਬਰੀ ਵਾਲਾ ਹੈ। ਇਹ ਪਹਿਲਾਂ ਵੀ ਕੇਂਦਰ ਦੇ ਖਿਲਾਫ ਸੀ, ਇਹ ਕਦੇ ਬੀਜੇਪੀ ਦੇ ਖਿਲਾਫ ਨਹੀਂ, ਕਾਂਗਰਸ ਦੇ ਵੀ ਉਹਨਾਂ ਹੀ ਖਿਲਾਫ ਸੀ। ਇਹ ਕਾਂਗਰਸ ਤੇ ਮਤਲਬ ਅਕਾਲੀਆਂ ਕਰਕੇ ਮੁੜ ਕੇ ਆਉਂਦੀ ਰਹੀ ਨਾ। ਤੇ ਉਹ ਮਾਈਂਡ ਸੈਟ ਜਿਹੜਾ ਨਾ, ਇਹ ਮਾਈਂਡ ਸੈਟ ਦਾ ਪੰਜਾਬ ਦੇ ਮਾਈਂਡ ਸੈਟ ਦਾ ਪੰਜਾਬ ਦੇ ਲਹੂ ਨਾਲ ਤਲਕ ਹੈ। ਉਹ ਕਈ ਵਾਰ ਨਾ ਚਾਹੁਣ ਦੇ ਬਾਵਜੂਦ ਵੀ ਕਰ ਜਾਂਦੇ ਨੇ। ਇਸ ਕਰਕੇ ਇਹੋ ਜਿਹੀ ਗੱਲ ਜਿਹੜੀ ਹੈ ਜਿਹੋ ਜਿਹਾ ਨਾਲ ਯੂਪੀ ਵਿੱਚ ਇਹ ਪੋਸੀਬਲ ਹੋ ਸਕਦੀ ਹੈ ਕਿਉਂਕਿ ਯੂਪੀ ਵਿੱਚ ਕਿਸਾਨਾਂ ਜਿਹੜੇ ਨੇ, ਕਿਸਾਨਾਂ ਵਿੱਚ ਡਿਵੀਜ਼ਨ ਸੀ, ਉਹਨਾਂ ਨਾਲ ਕੋਈ ਸੀਗੇ ਕਿਸਾਨ ਯੂਪੀ ਵਿੱਚ। ਇੱਥੇ ਤਾਂ ਕੋਈ ਕਿਸਾਨ ਮਤਲਬ ਭਾਜਪਾ ਨਾਲ ਸੀ ਹੋਈ ਨਹੀਂ।
ਤੇ ਉੱਥੇ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਦਿਓ, ਉਹਨੂੰ ਫਾਇਦਾ ਵੀ ਹੋ ਸਕਦਾ ਹੈ। ਉੱਥੇ ਮੈਨੂੰ ਯੂਪੀ ਦਾ ਬਹੁਤ ਪਤਾ ਵੀ ਨਹੀਂ ਹੈ, ਪਰ ਪੰਜਾਬ ਵਿੱਚ ਮੈਂ ਸ਼ੋਰ ਹਾਂ ਕਿ ਭਾਜਪਾ ਨੂੰ ਇਹਦਾ ਸਿਰਫ ਆਰਾਮ ਨਾਲ ਕਰਕੇ ਆਪਣੀ ਗੱਲ ਕਹਿਣ ਦਾ ਫਾਇਦਾ ਹੋਏਗਾ। ਉਹਨਾਂ ਨੂੰ ਵੋਟ ਬੈਂਕਿੰਗ ਵਿੱਚ ਆਪਣਾ ਜਿਹੜਾ ਵੋਟ ਬੈਂਕ ਉਹਨਾਂ ਦਾ ਹੈਗਾ ਉਹ ਉਹਨਾਂ ਨੂੰ ਮਿਲ ਜਾਏਗਾ। ਉਹਨਾਂ ਨੂੰ ਆਮ ਵੋਟ ਜਿਹੜੀ ਹੈ ਇਹ ਨਹੀਂ ਮਿਲਣੀ। ਮੈਂ ਇਹਨੂੰ ਇਸ ਐਂਗਲ ਤੋਂ ਦੇਖ ਲਿਆ, ਕਿਉਂਕਿ ਮੈਂ ਸਮਝਦਾ ਇਹ ਹਾਂ ਕਿ ਇਹਦਾ ਅਸੀਂ ਸਿਆਸੀ ਐਂਗਲ ਹੀ ਨਾ ਦੇਖੀ ਜਾਈਏ, ਇਹਦਾ ਇੱਕ ਐਕੈਡੈਮਿਕ ਐਂਗਲ ਵੀ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਟਰੈਪਸ ਪਏ ਨੇ, ਤੇ ਉਹ ਟਰੈਪ ਸਾਰਿਆਂ ਵਾਸਤੇ ਹੀ ਨੇ। ਉਹਨਾਂ ਟਰੈਪਸ ਨੂੰ ਛਲਪ ਕੇ ਹੀ ਲੋਕਾਂ ਨੇ ਇਕੱਠੇ ਹੋਣਾ ਹੈ, ਪਰ ਅਲਟੀਮੇਟਲੀ ਕਾਂਗਰਸ ਕੱਲੀ ਧਿਰ ਹੋਏਗੀ ਜਿਹਦੇ ਨਾਲ ਬਾਕੀ ਸਾਰੇ ਲੜ ਰਹੇ ਹੋਣਗੇ ਆਪਣੇ ਆਪਣੇ ਢੰਗ ਨਾਲ। ਜੀ 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 ਭਾਸਕਰ ਸਾਹਿਬ, ਇਹ ਤੁਹਾਨੂੰ ਲੱਗਦਾ ਹੈ ਕਿ ਹੁਣ ਜੋ ਹਾਲਾਤ ਬਣੇ, ਜਿਵੇਂ ਪ੍ਰੋਫੈਸਰ ਸਾਹਿਬ ਕਹਿ ਰਹੇ ਆ ਕਿ ਇੱਥੇ ਕੋਈ ਐਜ ਮਿਲੂਗਾ? ਇਹ ਬਹੁਤ ਅਹਿਮ ਸਵਾਲ ਆ। ਕੈਪਟਨ ਅਮਰਿੰਦਰ ਸਿੰਘ ਨੂੰ ਜੀਵਨਦਾਨ ਮਿਲੂਗਾ ਜਾਂ ਰਾਜਨੀਤੀ ਵਿੱਚ ਮਹਿਜ ਇਹ ਖਾਨਾ ਪੂਰਤੀ ਤੱਕ ਹੀ ਸੀਮਤ ਹੋ ਕੇ ਰਹਿ ਜਾਏਗਾ ਸਾਰਾ ਵਰਤਾਰਾ? ਇੱਕ ਹੋਰ ਲਫ਼ਜ਼ ਹੁੰਦਾ ਹੈ ਕਿ ਬਹੁਤ ਦੇਰ ਕਰਦੀ ਮਿਹਰਬਾ ਆਤੇ ਆਤੇ। ਤੁਹਾਨੂੰ ਲੱਗਦਾ ਬਹੁਤ ਲੇਟ ਹੋ ਗਏ ਹੈ? ਨਹੀਂ, ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਜਿੱਦਾਂ ਬਲਕਾਰ ਸਿੰਘ ਜੀ ਕਹਿ ਰਹੇ ਨੇ ਕਿ ਹੁਣ ਜਿਹੜਾ ਹਿਡਨ ਅਲਾਈਅੰਸ ਸੀਗਾ, ਦੇਖੋ ਅਕਾਲੀ ਦਲ ਦਾ, ਕੈਪਟਨ ਅਮਰਿੰਦਰ ਸਿੰਘ ਦਾ ਤੇ ਬੀਜੇਪੀ ਦਾ, ਅਸੀਂ ਸਾਰੇ ਜਾਣਦੇ ਹਾਂ ਜਦ ਅਸੀਂ ਪੋਲਿਟਿਕਸ ਨੂੰ ਬੜੇ ਬਰੀਕੀ ਨਾਲ ਦੇਖਦੇ ਹਾਂ ਤੇ ਹਿਡਨ ਅਲਾਈਅੰਸ ਤੇ ਅੱਜ ਵੀ ਹੈਗਾ ਉਹਨਾਂ ਦਾ। ਲੇਕਿਨ ਹੁਣ ਇਹ ਅਲਾਈਅੰਸ ਇੱਕ ਤਰੀਕੇ ਨਾਲ ਖੁੱਲ੍ਹੇਆਮ ਅਲਾਈਅੰਸ, ਜਿਹੜਾ ਖੁੱਲ੍ਹਮ ਖੁੱਲ੍ਹਾ ਪਿਆਰ ਕਰਾਂਗੇ ਹਮ ਦੋਨੋਂ, ਉਹ ਵਾਲੀ ਗੱਲ ਹੁਣ ਹੋਏਗੀ। ਔਰ ਅਕਾਲੀ ਦਲ ਹੁਣ ਕਿਸੇ ਵੀ ਤਰੀਕੇ ਨਾਲ ਭਾਜਪਾ ਦਾ ਵਿਰੋਧ ਕਿਸ ਮੁੱਦੇ ਤੇ ਕਰੇਗਾ? ਹਜੇ ਤੱਕ ਤੇ ਉਹਨਾਂ ਨੂੰ ਕਿਸਾਨਾਂ ਨੂੰ ਆਪਣੇ ਹੱਕ 'ਚ ਦੇਖਣਾ ਸੀਗਾ। ਯਾਦ ਕਰੋ ਜਦ ਫਿਰੋਜ਼ਪੁਰ ਦੀ ਘਟਨਾ ਹੋਈ ਸੀਗੀ ਤਦ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਹੁਣ ਅਕਾਲੀ ਦਲ ਭਾਜਪਾ ਦੇ ਨਾਲ ਅਲਾਈਅੰਸ ਕਰ ਸਕਦਾ, ਕਿਉਂਕਿ ਉਹਨਾਂ ਨੇ ਬੜਾ ਜ਼ੋਰ ਲਾ ਕੇ ਦੇਖ ਲਿਆ ਕਿ ਕਿਸਾਨਾਂ ਨੂੰ ਆਪਣੇ ਵੱਲ ਕਰੀਏ, ਪਰ ਕਿਸਾਨ ਕਦੀ ਵੀ ਅਕਾਲੀ ਦਲ ਦੇ ਨਾਲ ਨਜ਼ਰ ਨਹੀਂ ਆਏ, ਭਾਵੇਂ ਭਾਜਪਾ ਤੋਂ ਉਹਨਾਂ ਨੇ ਨਾਤਾ ਤੋੜ ਲਿਆ ਸੀਗਾ। ਪਰ ਜਿਹੜਾ ਪਿਆਰ ਲੁਕ ਛੁਪ ਕੇ ਹੁੰਦਾ ਸੀਗਾ ਹੁਣ ਖੁੱਲਮ ਖੁੱਲਾ ਹੋਏਗਾ। ਲੋਕ ਕਿੰਨਾ ਕੁ ਹੁੰਗਾਰਾ ਦੇਣਗੇ। ਪਰ ਨਾਲ ਦੇ ਨਾਲ ਇੱਕ ਗੱਲ ਹੋਰ ਦੇਖਣ ਵਾਲੀ ਹੈਗੀ ਹੈ ਜਿਹਦੀ ਗੱਲ ਚੱਲੀ ਜ਼ਰੂਰ ਹੈ ਪੋਲਿਟਿਕਸ ਦੇ ਵਿੱਚ। ਆ ਜਿਹੜੇ 3 ਕਾਨੂੰਨ ਵਾਪਸ ਹੋਏ ਨੇ, ਇਹਨਾਂ ਮੁੱਦਿਆਂ ਦੇ ਉੱਤੇ ਹਜੇ ਅੱਜ ਛੇਤੀ ਕਿਤੇ ਕਿਸਾਨ ਵਾਪਿਸ ਬਾਰਡਰਾਂ ਤੇ ਨਹੀਂ ਆਣਗੇ। ਹੋਰ ਵੀ ਬੜੇ ਸਾਰੇ ਰਾਈਡਰਸ ਹੈਗੇ ਨੇ, ਕੁਝ ਮੰਗਾਂ ਹੋਰ ਕਿਸਾਨਾਂ ਦੀ ਹੋਣੀ ਹੈ, ਉਹਨਾਂ ਮੰਗਾਂ ਦੇ ਉੱਤੇ ਵੀ ਕੁਝ ਫੈਸਲੇ ਹੋਣੇ ਬਾਕੀ ਹੈ। ਕਿਹਾ ਤੇ ਇੱਥੇ ਤੱਕ ਜਾਂਦਾ ਹੈ ਕਿ ਇੱਕ ਬੜਾ ਵੱਡਾ ਫੈਸਲਾ ਭਾਜਪਾ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਆਧਾਰ ਵਾਪਸ ਲੈਣ ਵਾਸਤੇ ਜਾਂ ਵਧਾਉਣ ਵਾਸਤੇ ਕਰ ਸਕਦੀ ਹੈ ਕਿ ਕਿਸਾਨਾਂ ਦੇ ਵਾਸਤੇ ਇੱਕ ਬੜਾ ਵੱਡਾ ਤੋਹਫਾ ਵੀ ਅਨਾਉਂਸ ਕਰ ਸਕਦੀ ਹੈ, ਭਾਵੇਂ ਉਹ ਕਰਜ਼ਾ ਮਾਫੀ ਦਾ ਆਰਥਿਕ ਪੈਕੇਜ ਜਾਂ ਫਿਰ ਇੱਕ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਕਰਨ ਦੀ ਗੱਲ। ਕਈ ਵਾਰ ਸੂਝਵਾਨ ਜਿਹੜੇ ਹੈਗੇ ਖੇਤੀਬਾੜੀ ਦੇ ਐਕਸਪਰਟ ਹੈਗੇ ਆ, ਉਹ ਹਮੇਸ਼ਾ ਇੱਕ ਮੰਗ ਕਰਦੇ ਨੇ ਕਿ ਜੇ ਮਾਰਕੀਟਿੰਗ ਸਿਸਟਮ ਡਿਵੈਲਪ ਹੋ ਜਾਏ, ਯਾਨੀ ਡਾਈਵਰਸਿਫਿਕੇਸ਼ਨ ਸਿਰਫ ਕਾਗਜ਼ਾਂ ਦੇ ਉੱਤੇ ਹੁੰਦਾ ਹੈ, ਡਾਈਵਰਸਿਫਿਕੇਸ਼ਨ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਨ ਦਾ ਕੋਈ ਫੈਸਲਾ ਹੋ ਜਾਏ, ਏਰੀਏ ਵੰਡ ਦਿੱਤੇ ਜਾਣ ਕਿ ਵੀ ਇਸ ਏਰੀਏ ਦੇ ਵਿੱਚ ਫਲਾਨੀ ਉਪਜ ਹੋਏਗੀ, ਫਲਾਣੇ ਦੇ ਵਿੱਚ ਕੀ ਹੋਏਗੀ, ਐਦਾਂ ਦਾ ਸਿਸਟਮ ਵੀ ਮੇਰੀ ਨੌਲੇਜ ਹੈਗਾ ਕਿ ਕੁਝ ਗੱਲਾਂ ਚੱਲ ਰਹੀ ਸੀ। ਜੇ ਉਹਨਾਂ ਮੁੱਦਿਆਂ ਦੇ ਉੱਤੇ ਵੀ ਕੋਈ ਫੈਸਲਾ ਬੀਜੇਪੀ ਜਾਂ ਕੇਂਦਰ ਸਰਕਾਰ ਵੱਲੋਂ ਹੁੰਦਾ ਹੈ, ਜਾਂ ਪੰਜਾਬ ਦਾ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈਗਾ ਉਸ ਕਰਜ਼ੇ ਨੂੰ ਵੀ ਮਾਫ ਕਰਨ ਦਾ ਕੋਈ ਫੈਸਲਾ ਨਹੀਂ, ਪਰ ਭਾਸਕਰ ਸਾਹਿਬ ਉਹ ਕਿਉਂ ਕਰਨਗੇ ਨਾ? ਉਹ ਚੰਨੀ ਗਵਰਨਮੈਂਟ ਨੂੰ ਫਾਇਦਾ ਕਿਉਂ ਦੇਣਗੇ? ਉਹ ਇਹ ਕਹਿਣਗੇ ਕਿ ਤੁਸੀਂ ਬੀਜੇਪੀ ਦੀ, ਉਹ ਆਪਣੇ ਚੋਣ ਮੈਨੀਫੈਸਟੋ ਚ ਲਿਆਉਣਗੇ। ਪ੍ਰਧਾਨ ਮੰਤਰੀ ਜਿੱਦਾਂ ਉਹ ਬਿਹਾਰ ਚ ਜਿੱਦਾਂ ਕਹਿੰਦੇ ਸੀ ਮੈਂ 10,000 ਕਰੋੜ ਦੂੰ ਕਿ 20,000 ਕਰੋੜ ਦੂੰ ਕਿ 1 ਲੱਖ ਕਰੋੜ ਦੂੰ, ਉਹ ਕਹਿਣਗੇ ਪੰਜਾਬ ਦੀ ਸਰਜ਼ਮੀਨ ਤੋਂ ਖੜੇ ਹੋ ਕੇ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਦੱਸੋ ਤੁਸੀਂ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ, ਉੱਤੇ ਥੱਲੇ ਇੱਕੋ ਸਰਕਾਰ ਕਰ ਦਿਓ, ਮੈਂ ਤੁਹਾਡੇ ਸਾਰੇ ਦੁੱਖ ਹਰ ਲੂੰ। ਇਹ ਤਾਂ ਚੋਣ ਜੁਮਲੇ ਹੋਣਗੇ। ਪਰ ਇੱਕ ਨਾਲ ਦੀ ਨਾਲ ਅਹਿਮ ਸਵਾਲ ਆ ਕਿ ਜੇ ਐਮਐਸਪੀ ਦਾ ਮੁੱਦਾ ਖੜਾ ਹੈ, ਐਮਐਸਪੀ ਦਾ ਮੁੱਦਾ ਇਹ ਖੇਤੀ ਕਾਨੂੰਨ ਵਾਪਸ ਲੈਣ ਦੇ ਮੁੱਦੇ ਵਰਗਾ ਹੀ ਬਣਾ ਕੇ ਕਿਸਾਨ ਲੜ ਰਹੇ ਸੀ ਤੇ ਸਮਾਨੰਤਰ ਤੇ ਵੀ ਗੱਲ ਹੋ ਰਹੀ ਸੀ, ਇਹਦੇ ਤੇ ਵੀ ਗੱਲ ਅਜੇ ਪੰਗੇ 'ਚ ਹੈ। ਅਜੇ ਕਿਸਾਨ ਉੱਠਣਗੇ ਕਿ ਨਹੀਂ ਉੱਠਣਗੇ ਇਹ ਵੀ ਸ਼ਾਮ ਤੱਕ ਕਲੀਅਰ ਹੋਊਗਾ। ਰੰਧਾਵਾ ਜੀ, ਜਿਹੜੀ ਵੀ ਗੱਲ ਅੱਜ ਫੈਸਲਾ ਮੋਦੀ ਉਹਨਾਂ ਨੇ ਲਿੱਤਾ ਹੈ, ਇਹ ਤੁਸੀਂ ਮੰਨ ਕੇ ਚੱਲੋ ਕਿ ਜਿਹੜੇ 32 ਕਿਸਾਨ ਯੂਨੀਅਨ ਪੰਜਾਬ ਦੀ ਉੱਥੇ ਬੈਠੀ ਹੋਈ ਹੈ, ਉਹਨਾਂ ਵਿੱਚੋਂ ਕਾਫੀ ਸਾਰੀ ਯੂਨੀਅਨ ਨੂੰ ਕੌਨਫੀਡੈਂਸ ਵਿੱਚ ਲੈ ਕੇ ਲਿੱਤਾ ਹੈ। ਕਾਰਨ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੋਰ ਬੀਜੇਪੀ ਦੇ ਆਗੂ ਬਾਰ-ਬਾਰ ਇਸ ਗੱਲ ਨੂੰ ਕਲੇਮ ਕਰ ਰਹੇ ਸੀਗੇ ਅੰਦਰ ਖਾਤੇ ਬੈਕਡੋਰ ਮੀਟਿੰਗਸ ਸਾਡੀ ਸਾਰੇ ਲੀਡਰਾਂ ਨਾਲ ਹੋ ਰਹੀ ਹੈ। ਔਰ ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਹੁਤ ਸਾਰੇ ਲੀਡਰਾਂ ਨਾਲ ਗੱਲ ਉਹਨਾਂ ਮੁੱਦਿਆਂ ਤੇ ਮੁੱਕ ਚੁੱਕੀ ਹੈ। ਹੁਣ ਗੱਲ ਤੇ ਉੱਥੇ ਖੜੀ ਹੈ ਕਿ ਅੱਗੇ ਕੀ, ਜਿਹੜੇ 700 ਤੋਂ ਵੱਧ ਕਿਸਾਨ ਇਸ ਅੰਦੋਲਨ ਕਰਕੇ ਸ਼ਹੀਦ ਹੋ ਗਏ ਜਾਂ ਨਹੀਂ ਰਹੇ,
ਉਹਨਾਂ ਦੇ ਬਾਰੇ 'ਚ ਕੀ ਫੈਸਲਾ ਲਿੱਤਾ ਜਾਂਦਾ ਹੈ, ਜਾਂ ਫਿਰ ਖੇਤੀਬਾੜੀ ਨੂੰ ਹੋਰ ਤਰੀਕੇ ਨਾਲ ਇਨਕਮ ਵਧਾਉਣ ਵਾਸਤੇ ਕੀ ਫੈਸਲਾ ਲਿੱਤਾ ਜਾਂਦਾ ਹੈ, ਡੀਏਪੀ ਦੀ ਜਿਹੜੀ ਕਮੀ ਆ ਰਹੀ ਹੈ ਉਹਦੇ ਉੱਤੇ ਕੀ ਫੈਸਲਾ ਲਿੱਤਾ ਜਾਂਦਾ ਹੈ, ਜਾਂ ਉਹ ਜਿਹੜੀ ਗੱਲ ਨਹੀਂ ਕੀਤੀ ਗਈ ਹਜੇ ਤੱਕ ਕਿ ਪੰਜਾਬ ਦੇ ਵਿੱਚ ਜਦ ਇਹ ਕਾਨੂੰਨ ਲਾਗੂ ਤੇ ਹਜੇ ਤੱਕ ਹੋਏ ਹੀ ਨਹੀਂ ਸੀਗੇ, ਜਦ ਕਾਨੂੰਨ ਅਨਾਉਂਸ ਵੀ ਨਹੀਂ ਹੋਏ ਸੀ ਤਦ ਵੀ ਖੇਤੀਬਾੜੀ ਸੰਕਟ ਵਿੱਚ ਸੀਗੀ। ਉਸ ਖੇਤੀਬਾੜੀ ਨੂੰ ਕੱਢਣ ਵਾਸਤੇ ਕੀ ਕਵਾਇਦ ਕੀ ਕੀਤੀ ਜਾਂਦੀ ਹੈ ਜਾਂ ਕੀ ਫੈਸਲੇ ਕੀਤੇ ਜਾਂਦੇ ਨੇ, ਉਹਨਾਂ ਫੈਸਲਿਆਂ ਦਾ ਵੀ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ। ਔਰ ਮੈਨੂੰ ਇਹ ਲੱਗਦਾ ਹੈ ਕੁਝ ਫੈਸਲੇ ਇਹ 29 ਤਰੀਕ ਤੋਂ ਪਹਿਲੇ ਕਿਸਾਨਾਂ ਦੇ ਹਿੱਤ 'ਚ ਭਾਜਪਾ ਲੈ ਸਕਦੀ ਹੈ, ਜਿਹਦੇ ਕਰਕੇ ਆਪਣੇ ਪੱਖ ਦਾ ਮਾਹੌਲ, ਹਜੇ ਤੇ ਆਪਣੇ ਵਿਰੋਧ ਨੂੰ ਖਤਮ ਕਰਨ ਵਾਸਤੇ ਅੱਜ ਅਨਾਉਂਸਮੈਂਟ ਹੋਈ ਹੈ, ਲੇਕਿਨ ਉਸ ਵਿਰੋਧ ਨੂੰ ਆਪਣੇ ਹੱਕ 'ਚ ਪਲਟਾਉਣ ਵਾਸਤੇ ਵੀ ਕੁਝ ਫੈਸਲੇ ਲਿੱਤੇ ਜਾ ਸਕਦੇ ਹਨ, ਜਿਹਦੇ ਕਰਕੇ ਭਾਜਪਾ ਦੀ ਬੱਲੇ ਬੱਲੇ ਕਰਾਉਣ ਦੀ ਕੋਸ਼ਿਸ਼ ਹੋਏਗੀ ਕਿ ਵੀ ਭਾਜਪਾ ਦੀ ਕਿ ਸਾਡਾ ਜਿਹੜਾ ਮਾਹੌਲ ਹੈ ਵਿਰੋਧ ਖਤਮ ਹੋਇਆ, ਹੁਣ ਸਾਡਾ ਪੱਖ ਲੈਣਾ ਸ਼ੁਰੂ ਕਰਨ ਲੋਕ। ਉਹਦੇ ਵਾਸਤੇ ਕਈ ਲੀਡਰਾਂ ਨੂੰ ਟਿਕਟਾਂ ਦੀ ਵੀ ਆਫਰ ਦਿੱਤੀ ਗਈ ਹੈ ਕਿਸਾਨੀ ਆਗੂਆਂ ਨੂੰ। ਜੀ ਜੀ ਜੀ, ਇਸ ਤਰੀਕੇ ਨਾਲ ਪਤਾ ਹੈ ਕੁਝ ਲੋਕਾਂ ਨੂੰ ਇਹ ਗੱਲ ਗਿਆ ਕਿ ਤੁਹਾਡੇ ਕਰਕੇ ਅਸੀਂ ਇਹ ਫੈਸਲੇ ਪੰਜਾਬ ਦੀ ਖੇਤੀਬਾੜੀ ਨੂੰ ਉਭਾਰਨ ਵਾਸਤੇ ਲੈ ਸਕਦੇ ਹਾਂ, ਜਿਹਦਾ ਸਿਹਰਾ ਤੁਹਾਡੇ ਸਿਰ ਤੇ ਸਜਾਇਆ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਭਾਜਪਾ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜੋ। ਏਦਾਂ ਦੀ ਗੱਲਾਂ ਹੁਣ ਅੱਗੇ ਆ ਕੇ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕਿ ਫਲਾਣਾ ਵੱਡਾ ਕਿਸਾਨੀ ਆਗੂ ਉਹ ਭਾਜਪਾ ਦੀ ਟਿਕਟ 'ਚ ਇਲੈਕਸ਼ਨ ਲੜ ਰਿਹਾ ਹੈ ਔਰ ਭਾਜਪਾ ਤੋਂ ਉਹ ਫੈਸਲੇ ਕਰਾ ਰਿਹਾ ਹੈ ਜਿਹਦੀ ਆਸ ਪੰਜਾਬ ਨੂੰ ਕਈ ਸਾਲਾਂ ਤੋਂ ਸੀਗੀ। ਪਰ ਚਲੋ ਇਹ ਹੁੰਦਾ ਜਾਂ ਨਹੀਂ ਹੁੰਦਾ ਇਹ ਤੇ ਆਉਣ ਵਾਲੇ ਟਾਈਮ ਵਿੱਚ ਦੇਖਿਆ ਜਾਏਗਾ, ਲੇਕਿਨ ਫਿਲਹਾਲ ਜਿਹੜਾ ਪਿਆਰ ਲੁਕ ਛੁਪ ਕੇ ਹੁੰਦਾ ਸੀਗਾ ਅਕਾਲੀ ਦਲ ਦਾ ਭਾਜਪਾ ਦਾ, ਉਹ ਹੁਣ ਖੁੱਲ੍ਹਮ ਖੁੱਲ੍ਹਾ ਹੋਵੇਗਾ। ਇਸ ਗੱਲ ਦਾ ਜ਼ਿਕਰ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ। ਭਾਸਕਰ ਸਾਹਿਬ, ਉਹ ਤਾਂ ਠੀਕ ਹੈ ਤੁਹਾਡੀ ਗੱਲ, ਪਰ ਪੰਜਾਬ ਦੇ ਵਿੱਚ ਗਦਾਰੀ ਦੇ ਤਮਗੇ ਟੈਗ ਬੜੇ ਖੋਲ ਕੇ ਰੱਖੇ ਹੁੰਦੇ ਆ ਵੀ ਹੁਣ ਕਿਹੜਾ ਕਿਹਦੀ ਗੱਡੀ 'ਚ ਚੜੂਗਾ, ਨਾਲ ਹੀ ਠੱਪ ਕਰਕੇ ਟੈਗ ਲਾਤਾ ਜਾਂਦਾ ਵੀ ਆਹ ਜਾਂਦਾ ਜਗਦਾਰ ਤੇ ਹੈ। ਇਹ ਅਜੇ ਇੰਨਾ ਸੌਖਾ ਨਹੀਂ, ਕਿਸਾਨੀ ਆਗੂਆਂ ਨੂੰ ਵੀ ਬੜੀਆਂ ਵਿਪਤਾਵਾਂ ਚੋਂ ਲੰਘਣਾ ਪੈਣਾ। ਹੁਣ ਜਿਹੜਾ ਅੰਦੋਲਨ ਪੀਕ ਤੇ ਜਾ ਕੇ ਮੁੱਕੇ ਉਹ ਗੱਲ ਹੋਰ ਹੁੰਦੀ ਆ। ਔਰ ਸਾਡੇ ਕੋਲ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਦਾ ਅਸੀਂ ਆਖਰੀ ਸ਼ਬਦ ਲੈਣੇ ਸੀ, ਮੈਨੂੰ ਲੱਗਦਾ ਉਹਨਾਂ ਦੇ ਇੰਟਰਨੈਟ ਦੀ ਕੋਈ ਸਮੱਸਿਆ ਚੱਲਦੀ ਪਈ ਆ। ਮੈਨੂੰ ਪ੍ਰੋਫੈਸਰ ਸਾਹਿਬ ਅਸੀਂ ਕਾਫੀ ਅੱਗੇ ਆ ਗਏ ਆ, 28 ਮਿੰਟ ਦੀ ਗੱਲ ਕਰ ਚੁੱਕੇ ਆ। ਹੁਣ ਮੈਨੂੰ ਜਾਂਦੇ ਜਾਂਦੇ ਦੱਸੋ ਕਿ ਤੁਰੰਤ ਪੰਜਾਬ ਦਾ ਮਾਹੌਲ ਜਿਹੜਾ ਕੱਲ ਤੱਕ ਚੰਨੀ, ਸਿੱਧੂ, ਸੁਖਬੀਰ ਬਾਦਲ, ਮਜੀਠੀਆ ਉਹ ਰੌਲੇ ਰੱਪੇ ਸੀਗੇ, ਇਹਦੇ 'ਚ ਕੋਈ ਤੁਰੰਤ ਤਬਦੀਲੀ ਆਊਗੀ? ਇਹਦੇ 'ਚ ਕੋਈ ਵੱਖਰਾ ਬਦਲਾਅ ਆ ਰਿਹਾ ਤੁਹਾਨੂੰ ਲੱਗਦਾ ਤੁਰੰਤ ਅਸਰ? ਰੰਧਾਵਾ ਸਾਹਿਬ, ਬਹੁਤੀ ਤਬਦੀਲੀਆਂ ਦੀ ਨਹੀਂ ਆਸ। ਵੈਸੇ ਪੰਜਾਬ ਦਾ ਇੱਕ ਸੁਭਾਅ ਹੈ ਇਸ ਵੇਲੇ ਜਿਹੜਾ ਹੈਗੇ ਨਾ ਫੈਡਰਲਿਜ਼ਮ ਹੈ ਉਹਦੇ ਡਿਫੈਂਡਰ ਜਿਹੜੇ ਸਟੇਟਸ ਨੂੰ ਮੰਨਿਆ ਜਾ ਰਿਹਾ ਹੈ। ਸੈਂਟਰ ਜਿਹੜਾ ਫੈਡਰਲਿਜ਼ਮ ਨੂੰ ਕਮਜ਼ੋਰ ਕਰਦਾ ਤੁਰਿਆ ਆ ਰਿਹਾ। ਮੈਂ ਲੰਬੇ ਲਹਿਰ 'ਚ ਨਹੀਂ ਜਾਂਦਾ ਪੰਜਾਬ ਨੇ ਉਹਦੇ ਵਾਸਤੇ ਕੀ ਕੀਤਾ। ਅਜੇ ਵੀ ਪੰਜਾਬ ਨੇ ਪਹਿਲੀ ਵਾਰ ਮੋਦੀ ਦਾ ਰੱਥ ਜਿਹੜਾ ਹੈ ਬਿਨਾਂ ਬ੍ਰੇਕ ਤੋਂ ਚੱਲ ਰਿਹਾ ਸੀ, ਉਹਨੂੰ ਪੰਜਾਬ ਨੇ ਰੋਕਿਆ। ਕਿਸਾਨ ਮੂਵਮੈਂਟ ਨੇ ਉਹਨੂੰ ਰੋਕਿਆ। ਉਹਨੂੰ ਇਹ ਫੈਸਲਾ ਆਪਣੇ ਸੁਭਾਅ ਦੇ ਅਗੇਂਸਟ ਜਾ ਕੇ, ਆਪਣੀ ਮਤਲਬ ਸਿਆਸਤ ਦੇ ਅਗੇਂਸਟ ਜਾ ਕੇ ਫੈਸਲਾ ਉਹਨੂੰ ਲੈਣਾ ਪਿਆ ਹੈ। ਔਰ ਉਹਦੀ ਕੋਸ਼ਿਸ਼ ਦੇ ਬਾਵਜੂਦ ਅਸੀਂ ਸਮਝਿਆ ਕਿ ਪੰਜਾਬ ਅਜੇ ਹੁਣ ਜਿਹੜੀ ਹੈਗੀ ਹੈ ਨਾ ਸਟੇਟਸ ਦੀ ਨੈਸ਼ਨਲ ਲੀਡਰਸ਼ਿਪ ਹੈ, ਉਹਦੇ ਜਿਹੜੀ ਪਾਰਟਿਸਿਪੇਸ਼ਨ ਵੱਧ ਜਾਏਗੀ। ਜਿੰਨਾ ਪੰਜਾਬ ਦੇ ਲੀਡਰਸ਼ਿਪ ਇਸ ਦਾ ਇੱਥੇ ਨਾਲ ਰੋਲ ਜਿਹੜਾ ਬਾਹਰ ਵੱਧ ਜਾਣਾ ਹੈ। ਕਿਸਾਨ ਮੂਵਮੈਂਟ ਦਾ ਪੰਜਾਬ ਨਾਲ ਰੋਲ ਜਿਹੜਾ ਯੂਪੀ 'ਚ ਵੱਧ ਜਾਣਾ ਹੈ। ਜਦੋਂ ਮਤਲਬ ਇਹ ਮਮਤਾ ਬੈਨਰਜੀ ਅੱਗੇ ਆਏਗੀ ਤੇ ਉਹਦੇ ਨਾਲ ਕਿਸਾਨ ਜਿਹੜੇ ਨੇ ਉਹ ਜਿੰਨੀ ਆਸਾਨੀ ਨਾਲ ਲੱਗ ਸਕਦੇ ਨੇ, ਇੱਥੇ ਪੰਜਾਬ ਵਾਲੀ ਪਾਰਟੀ ਨਾਲ ਉਨੀ ਆਸਾਨੀ ਨਾਲ ਨਹੀਂ ਲੱਗ ਸਕਦੇ। ਇਸ ਕਰਕੇ ਇਹ ਬਹੁਤ ਕੁਛ ਮਤਲਬ ਮੈਨੂੰ ਬਹੁਤ ਹੀ ਅੱਛਾ ਲੱਗਦਾ ਵੀ ਉਹਨਾਂ ਦਾ ਕਹਿ ਰਹੇ ਸਨ ਜਦੋਂ ਭਾਸਕਰ ਸਾਹਿਬ ਵੀ ਇਹਦਾ ਜਿਹੜੀ ਹੈ ਨਾ ਜੇ ਤਸਵੀਰ ਜਿਹੜੀ ਨਿਖਰ ਰਹੀ ਹੈ, ਇਹ ਨਿਖਰ ਕੇ ਕਿਹੋ ਜਿਹੀ ਬਣਦੀ ਹੈ ਇਹਦੀ ਸਾਨੂੰ ਉਡੀਕਣਾ ਪਏਗਾ। ਇਸ ਵੇਲੇ ਫੈਸਲਾ ਲੈਣਾ ਵੀ ਨਹੀਂ ਚਾਹੀਦਾ। ਮੈਂ ਕਹਿੰਦਾ ਮੈਂ ਤਾਂ ਕਹਿ ਰਿਹਾ ਕਿ ਇਹਦਾ ਸਿਆਸੀ ਐਂਗਲ ਹੋਰ ਹੈ, ਇਹਦਾ ਐਕੈਡੈਮਿਕ ਐਂਗਲ ਹੋਰ ਹੈ, ਇਹਦਾ ਸੋਸ਼ਲ ਐਂਗਲ ਹੋਰ ਹੈ, ਤੇ ਇਹ ਸਾਰੀਆਂ ਗੱਲਾਂ 'ਚ ਅਸੀਂ ਵੀ ਉਲਝੇ ਹੋਏ ਹਾਂ। ਇਹ ਨਹੀਂ ਵੀ ਕਿਸਾਨ ਫੈਸਲਾ ਨਹੀਂ ਲੈ ਸਕਦੇ ਜਾਂ ਮੋਦੀ ਫੈਸਲਾ ਨਹੀਂ ਲੈ ਸਕਦਾ, ਅਸੀਂ ਵੀ ਨਹੀਂ ਫੈਸਲਾ ਲੈ ਸਕਦੇ। ਇਸ ਕਰਕੇ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਸਾਨੂੰ ਵੇਟ ਐਂਡ ਸੀ ਵਾਲੀ ਪਾਲਿਸੀ ਜਿਹੜੀ ਹੈ ਉਹ ਰੱਖਣੀ ਚਾਹੀਦੀ ਹੈ। ਤੇ ਅਸੀਂ ਮਤਲਬ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਅੱਜ ਦੇ ਗੁਰਪੁਰਬ ਵਾਲੇ ਦਿਨ ਤੇ ਵੀ ਇਹਨਾਂ ਨੂੰ ਮਤਲਬ ਸਬੁੱਧ ਬਖਸ਼ੋ ਔਰ ਇਹ ਪੋਜ਼ਿਟਿਵ ਗੱਲ ਹੋਵੇ, ਲੋਕ ਜਿਹੜੇ ਲੋਕਾਂ ਦੇ ਭਲੇ ਦੀ ਗੱਲ ਹੋਵੇ, ਸਰਬੱਤ ਦੇ ਭਲੇ ਦੀ ਗੱਲ ਹੋਵੇ, ਇਹੋ ਜਿਹੀ ਅਰਦਾਸ ਕਰਨੀ ਚਾਹੀਦੀ ਹੈ। ਇਸ ਗੱਲ ਤੇ ਮੈਂ ਤੇ ਇਸ ਗੱਲ ਆਪਾਂ ਆਖਰੀ ਸ਼ਬਦ ਹੁਣ ਲੈ ਲਈਏ। ਪ੍ਰੋਫੈਸਰ ਜਮਸ਼ੀਦ ਅਲੀ ਖਾਨ ਫਿਰ ਸਾਡੇ ਨਾਲ ਜੁੜ ਗਿਆ। ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਆਖਰੀ ਲਫ਼ਜ਼ ਕੀ ਕਹੋਗੇ ਅੱਜ ਦੇ ਦਿਨ ਦੇ ਵਿੱਚ? ਕੀ ਤਬਦੀਲੀ ਵਾਪਰ ਰਹੀ ਆ ਹੁਣ ਇਸ ਫੈਸਲੇ ਤੋਂ ਬਾਅਦ? ਕੀ ਵੇਖਦੇ ਹੋ? ਦੇਖੋ, ਇਹਦੇ ਨਾਲ ਪੰਜਾਬ ਦੀ ਰਾਜਨੀਤੀ ਤੇ ਤਾਂ ਅਸਰ ਪਏਗਾ ਹੀ ਪਏਗਾ। ਇੱਕ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਕੰਪੇਨ ਨਹੀਂ ਕਰਨ ਦੇ ਰਹੇ ਸੀ ਕਿਸਾਨ, ਉਹ ਕੰਪੇਨ ਦਾ ਸਾਰਾ ਮਾਹੌਲ ਓਪਨ ਹੋਣ ਦੀ ਸੰਭਾਵਨਾ ਜਲਦੀ ਹੋਈ। ਤੇ ਦੂਸਰੀ ਗੱਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਜੋ
ਜੋੜ ਤੋੜ ਹੈ ਉਹਦੇ ਤੇ ਵੀ ਅਸਰ ਪਏਗਾ, ਕਿਉਂਕਿ ਅਕਾਲੀ ਦਲ ਤੇ ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਾ ਤਾਂ ਘੱਟੋ ਘੱਟ ਇਹ ਉਦੇਸ਼ ਹੈ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਨੂੰ ਬਣਨ ਤੋਂ ਰੋਕਿਆ ਜਾ ਸਕੇ। ਇਹਨਾਂ ਤਿੰਨਾਂ ਦਾ ਕਾਮਨ ਜਿਹੜਾ ਗੋਲ ਹੈ, ਉਹਦੇ ਵਾਸਤੇ ਕੋਈ ਸੀਕ੍ਰੇਟ ਅੰਡਰਸਟੈਂਡਿੰਗਸ ਵੀ ਹੋਣਗੀਆਂ, ਸੀਟ ਸ਼ੇਅਰਿੰਗ ਦਾ ਵੀ ਹੋਏਗਾ, ਜਾਂ ਜਿਹੜਾ ਹੈਗਾ ਕੋਈ ਚੌਥਾ ਅਲਾਈਅੰਸ ਵੀ ਬਣ ਸਕਦਾ ਹੈ। ਚੌਥਾ ਅਲਾਈਅੰਸ ਬੀਜੇਪੀ ਬਣਾ ਕੇ, ਕਿਉਂਕਿ 3 ਪਲੇਅਰਸ ਤਾਂ ਆਲਰੇਡੀ ਹੈਗੇ, ਕਾਂਗਰਸ, ਅਕਾਲੀ ਦਲ ਤੇ ਆਪ, ਤੇ ਚੌਥਾ ਜਿਹੜਾ ਹੈਗਾ ਉਹ, ਕਿਉਂਕਿ ਅਗਰ ਤੁਸੀਂ ਕਾਂਗਰਸ ਨੂੰ ਪਾਵਰ ਤੋਂ ਬਾਹਰ ਰੱਖਣਾ ਹੈ ਤਾਂ ਉਹ ਕੰਮ ਅਕਾਲੀ ਦਲ ਦੀ ਮਦਦ ਤੋਂ ਬਗੈਰ ਨਹੀਂ ਹੋ ਸਕਦਾ। ਅਕਾਲੀ ਦਲ ਸੈਂਟਰਲ ਪਲੇਅਰ ਰਹੇਗਾ ਹੀ ਰਹੇਗਾ ਜੇ ਤੁਸੀਂ ਨਾਨ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਬਣਾਣੀ ਹੈ। ਉਹਦੇ ਵਾਸਤੇ ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਇਹ ਕੋਸ਼ਿਸ਼ ਕਰਨਗੇ ਕਿ ਇਸ ਤਰ੍ਹਾਂ ਦੀ ਸਿਆਸਤ ਕੀਤੀ ਜਾਵੇ ਜਿਹਦੇ ਵਿੱਚ ਅਕਾਲੀ ਦਲ ਨੂੰ ਐਡਵਾਂਟੇਜ ਹੋ ਸਕੇ। ਕੋਈ ਚੌਥਾ ਫਰੰਟ ਬਣਾ ਕੇ ਵੀ ਹੋ ਸਕਦੀ ਹੈ, ਜਾਂ ਕੋਈ ਸੀਟ ਸ਼ੇਅਰਿੰਗ ਵੀ ਹੋ ਸਕਦੀ ਹੈ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਨ ਦੀ ਸੰਭਾਵਨਾ ਹੈ, ਔਰ ਜਿਹੜਾ ਹੁਣ ਇੱਕਦਮ ਮਾਹੌਲ ਦੇ ਵਿੱਚ ਚੇਂਜ ਆਏਗਾ, ਰਾਜਨੀਤਿਕ ਜਿਹੜਾ ਮਾਹੌਲ ਹੈ ਉਹ ਦੇ ਵਿੱਚ ਜਿਹੜੀਆਂ ਮੇਜਰ ਤਬਦੀਲੀਆਂ ਆਉਣ ਦੀ ਉਹ ਪੋਸੀਬਿਲਿਟੀ ਬਣ ਰਹੀ ਹੈ। ਇਸ ਤਰ੍ਹਾਂ ਦਾ ਮਾਹੌਲ। ਆਪ ਸਭ ਦਾ ਬਹੁਤ ਧੰਨਵਾਦ। ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਆ ਗਿਆ। ਉਹ ਕਹਿੰਦੇ ਨੇ ਕਿ ਜਿੰਨਾ ਚਿਰ ਸੰਸਦ ਵਿੱਚ ਇਹ ਬਿੱਲ ਵਾਪਸ ਨਹੀਂ ਲਏ ਜਾਂਦੇ ਉਹਨਾਂ ਚਿਰ ਸਾਡਾ ਮੋਰਚਾ, ਸਾਡਾ ਅੰਦੋਲਨ ਜਾਰੀ ਰਹੇਗਾ। ਮਤਲਬ ਕਿਸਾਨਾਂ ਨੇ ਇਹਨੂੰ ਸੰਵਿਧਾਨਕ ਪ੍ਰਕਿਰਿਆ ਪੂਰੀ ਹੋਣ ਤੱਕ ਅੱਗੇ ਵਧਾਉਣ ਦਾ ਫੈਸਲਾ ਕਰ ਲਿਆ ਅੰਦੋਲਨ ਨੂੰ। ਹੁਣ ਇਹ ਜਦੋਂ ਟੇਬਲ ਤੇ ਬੈਠਦੇ ਆ ਤੇ ਕਿਹੜੇ-ਕਿਹੜੇ ਹੋਰ ਮੁੱਦੇ ਚਰਚਾ ਦਾ ਵਿਸ਼ਾ ਬਣਦੇ ਆ, ਤੇ ਬੀਜੇਪੀ ਨੂੰ ਦੇਸ਼ ਦੇ ਵਿੱਚ, ਪੰਜਾਬ ਨੂੰ ਆਪਾਂ ਪਲ ਦੀ ਪਲ ਭੁੱਲ ਜਾਈਏ, ਤੇ ਦੇਸ਼ ਦੇ ਵਿੱਚ ਬੀਜੇਪੀ ਨੂੰ ਮੈਂ ਨਾ ਮਾਨੂੰ ਜਾਂ ਪ੍ਰਧਾਨ ਮੰਤਰੀ ਦੀ ਛਵੀ ਕਿ ਜੋ ਕਰ ਦਿੰਦੇ ਫਿਰ ਕਰ ਦਿੰਦੇ, ਪਿਛਾਂਹ ਨਹੀਂ ਹਟਦੇ, ਉਹਦੇ ਤੇ ਵੀ ਅਸਰ ਪਊਗਾ। ਜਾਂ ਫਿਰ ਉਹ ਗੁਰੂ ਮਹਾਰਾਜ ਦੇ ਇਸ ਵੱਡੇ ਦਿਨ ਮੌਕੇ, ਪੁਰਬ ਮੌਕੇ ਇਹ ਫੈਸਲਾ ਲੈਣ ਨੂੰ ਉਹਨਾਂ ਦੀ ਨਿਮਰਤਾ, ਉਹਨਾਂ ਦੀ ਹਸਤੀ ਦੇ ਮੀਰੀ ਗੁਣ ਇਸ ਤਰ੍ਹਾਂ ਦੇ ਉਹਨਾਂ ਨੂੰ ਵੀ ਧਿਆਨ 'ਚ ਲੈ ਕੇ ਚਰਚਾ ਛੇੜੀ ਜਾਊਗੀ ਕਿ ਦੇਸ਼ ਦੇ ਵਿੱਚ ਇਹ ਵੀ ਬਰਦਾਸ਼ਤ ਸਿਰਜਿਆ ਜਾਊਗਾ ਕਿ ਮੋਦੀ ਵਰਗਾ ਸ਼ਾਸਕ ਦਿਲ ਦਾ ਬੜਾ ਪਿਆਰਾ ਹੈ ਤੇ ਉਹ ਧਰਮਾਂ ਦਾ ਸਤਿਕਾਰ ਬਹੁਤ ਕਰਦਾ ਹੈ। ਇਹ ਗਿਣੀ ਮਿਥੀ ਮੂਵ ਵੀ ਹੈ। ਇਹ ਬੜੇ ਪਹਿਲੂ ਹੋਣਗੇ। ਇਹਨੂੰ ਕਿਵੇਂ ਪ੍ਰਚਾਰਿਆ ਜਾਂਦਾ, ਇਹ ਹੁਣ ਫੈਸਲਾ ਤਾਂ ਉਹਨਾਂ ਦਾ ਥਿੰਕ ਟੈਂਕ ਹੀ ਕਰੂਗਾ, ਤੇ ਉਹਨਾਂ ਦੀ ਆਈਟੀ ਟੀਮ ਅੱਗੇ ਫਿਰ ਵੇਖੂਗੀ ਕਿ ਦੇਸ਼ ਵਿੱਚ ਇਹਨੂੰ ਕਿਵੇਂ ਫੈਲਾਉਣਾ। ਮੇਰੇ ਨਾਲ ਪਿਆਰੇ ਮਹਿਮਾਨ ਨੇ, ਜੁੜ ਜਾਂਦੇ ਨੇ, ਸਾਨੂੰ ਸਰਪ੍ਰਸਤੀ ਦੇ ਦਿੰਦੇ ਆ। ਸਭ ਦਾ ਬਹੁਤ ਧੰਨਵਾਦ। ਧੰਨਵਾਦ।